ਅੱਜ ਅਸੀਂ ਚੂਜ਼ ਮੀ ਬਾਏ ਕੈਲੀ ਵਿਕਰਸ ਬੁੱਕ ਬਾਰੇ ਗੱਲ ਕਰਨ ਜਾ ਰਹੇ ਹਾਂ। ਮੋਹਿਤ ਇੱਕ ਐਸਾ ਇਨਸਾਨ ਸੀ ਜੋ ਹਮੇਸ਼ਾ ਦੂਸਰਿਆਂ ਦੀਆਂ ਉਮੀਦਾਂ ਅਤੇ ਸਮਾਜ ਦੇ ਨਿਯਮਾਂ ਦੇ ਹਿਸਾਬ ਨਾਲ ਜਿਉਂਦਾ ਆ ਰਿਹਾ ਸੀ। ਸਕੂਲ ਤੋਂ ਲੈ ਕੇ ਨੌਕਰੀ ਤੱਕ ਹਰ ਇੱਕ ਫੈਸਲਾ ਉਸਨੇ ਇਸ ਡਰ ਨਾਲ ਲਿਆ ਸੀ ਕਿ ਕਿਤੇ ਲੋਕ ਉਸ ਨੂੰ ਗਲਤ ਨਾ ਸਮਝਣ। ਪਰ ਅੰਦਰੋਂ ਉਹ ਹਮੇਸ਼ਾ ਅਧੂਰਾ ਮਹਿਸੂਸ ਕਰਦਾ ਸੀ। ਕੋਈ ਵੀ ਚੀਜ਼ ਉਸ ਨੂੰ ਸੈਟਿਸਫੈਕਟਰੀ ਨਹੀਂ ਲੱਗਦੀ ਸੀ। ਵੋਹੀ ਇੱਕ ਰੂਟੀਨ, ਸਵੇਰੇ ਉੱਠੋ, ਦਫ਼ਤਰ ਜਾਓ, ਘਰ ਵਾਪਸ ਆਓ ਅਤੇ ਸੋ ਜਾਓ। ਉਹ ਸੋਚਦਾ ਸੀ ਕਿ ਸ਼ਾਇਦ ਇਹੀ ਜ਼ਿੰਦਗੀ ਹੈ। ਇੱਕ ਦਿਨ ਮੋਹਿਤ ਇੱਕ ਕੈਫੇ ਵਿੱਚ ਬੈਠਾ ਸੀ, ਆਪਣੇ ਯੂਜੂਅਲ ਬਲੈਕ ਕਾਫੀ ਨਾਲ। ਉਹ ਅਕਸਰ ਕੈਫੇ ਵਿੱਚ ਆਉਂਦਾ ਸੀ ਬਸ ਕੁਝ ਸਮਾਂ ਗੁਜ਼ਾਰਨ ਲਈ। ਉਸ ਦਿਨ ਉਸ ਦੀ ਨਜ਼ਰ ਬੁੱਕ ਸ਼ੈਲਫ ਤੇ ਪਈ। ਉੱਥੇ ਇੱਕ ਕਿਤਾਬ ਰੱਖੀ ਸੀ, ਚੋਇਸ ਮੀ ਸਟੇਇੰਗ ਟਰੂ ਟੂ ਯੋਰਸੈਲਫ ਐਂਡ ਲਿਵਿੰਗ ਲਾਈਫ ਯੂ ਵਾਂਟ ਬਾਈ ਕੈਲੀ ਵਿਕਰਸ। ਟਾਈਟਲ ਨੇ ਉਸ ਨੂੰ ਫੌਰੀ ਤੌਰ ਤੇ ਅਟਰੈਕਟ ਕੀਤਾ। ਉਸਨੇ ਕਿਤਾਬ ਉਠਾ ਲਈ ਅਤੇ ਪਹਿਲਾ ਪੇਜ ਖੋਲ੍ਹਿਆ। ਉਸ ਨੂੰ ਪਹਿਲਾ ਸਬਕ ਮਿਲਿਆ, ਸੈਲਫ ਅਵੇਅਰਨੈਸ ਅਤੇ ਅੰਡਰਸਟੈਂਡਿੰਗ। ਰਿਕਗਨਾਈਜ਼ ਯੋਰ ਪਾਸਟ ਐਕਸਪੀਰੀਅੰਸ ਟ੍ਰਿਗਰਸ ਅਤੇ ਪੈਟਰਨਸ ਟੂ ਹੀਲ ਐਂਡ ਮੇਕ ਕੌਨਸ਼ੀਅਸ ਚੋਇਸ ਟੂ ਅਲਾਈਨ ਵਿਦ ਯੋਰ ਟੂ ਸੈਲਫ। ਮੋਹਿਤ ਨੇ ਕਿਤਾਬ ਪੜ੍ਹਨਾ ਸ਼ੁਰੂ ਕੀਤਾ। ਜਿਵੇਂ-ਜਿਵੇਂ ਉਹ ਪੇਜੇ ਪਲਟਦਾ ਗਿਆ, ਉਸ ਨੂੰ ਐਸਾ ਮਹਿਸੂਸ ਹੋਇਆ ਜਿਵੇਂ ਕੋਈ ਉਸ ਦੇ ਦਿਮਾਗ ਵਿੱਚ ਚੌਂਕ ਰਿਹਾ ਹੋਵੇ। ਉਹ ਹਰ ਗੱਲ ਨੂੰ ਆਪਣੇ ਨਾਲ ਕਨੈਕਟ ਕਰ ਪਾ ਰਿਹਾ ਸੀ। ਸੈਲਫ ਅਵੇਅਰਨੈਸ ਦਾ ਮਤਲਬ ਹੈ ਮੈਨੂੰ ਆਪਣੀਆਂ ਫੀਲਿੰਗਸ ਅਤੇ ਹੈਬਿਟਸ ਤੇ ਧਿਆਨ ਦੇਣਾ ਚਾਹੀਦਾ ਹੈ। ਮੋਹਿਤ ਨੂੰ ਲੱਗਾ ਕਿ ਇਹ ਆਸਾਨ ਨਹੀਂ ਹੋਵੇਗਾ, ਪਰ ਉਸਨੇ ਸੋਚਿਆ ਕਿ ਇਹ ਕੋਸ਼ਿਸ਼ ਕਰਨ ਵਾਲਾ ਕੰਮ ਹੈ। ਉਸ ਰਾਤ ਘਰ ਜਾ ਕੇ ਮੋਹਿਤ ਨੇ ਇੱਕ ਨੋਟਬੁੱਕ ਕੱਢੀ ਅਤੇ ਲਿਖਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਸਨੇ ਆਪਣੀ ਜ਼ਿੰਦਗੀ ਦੇ ਪੁਰਾਣੇ ਐਕਸਪੀਰੀਐਂਸਿਸ ਬਾਰੇ ਸੋਚਿਆ। ਉਸ ਨੂੰ ਯਾਦ ਆਇਆ ਕਿ ਸਕੂਲ ਦੇ ਦਿਨਾਂ ਵਿੱਚ ਜਦੋਂ ਵੀ ਉਹ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਸੀ, ਲੋਕ ਉਸ ਨੂੰ ਜੱਜ ਕਰਨ ਲੱਗ ਪੈਂਦੇ ਸਨ। ਇੱਕ ਵਾਰ ਉਸਨੇ ਡਿਬੇਟ ਕੰਪੀਟੀਸ਼ਨ ਵਿੱਚ ਭਾਗ ਲਿਆ ਸੀ, ਪਰ ਜਿਵੇਂ ਹੀ ਉਹ ਸਟੇਜ ਤੇ ਕਦਮ ਰੱਖਦਾ, ਕਲਾਸਮੇਟ ਹੱਸਣ ਲੱਗੇ। ਉਸ ਦਿਨ ਉਸਨੇ ਫੈਸਲਾ ਕੀਤਾ ਸੀ ਕਿ ਉਹ ਕਦੇ ਵੀ ਸਪੌਟਲਾਈਟ ਵਿੱਚ ਨਹੀਂ ਆਏਗਾ। ਉਹ ਸੋਚਦਾ ਸੀ ਕਿ ਸ਼ਾਇਦ ਇਸੀ ਵਜ੍ਹਾ ਨਾਲ ਉਹ ਹਮੇਸ਼ਾ ਐਵਰੇਜ ਰਹਿਣਾ ਪਸੰਦ ਕਰਦਾ ਸੀ, ਨਾ ਜ਼ਿਆਦਾ ਐਂਬੀਸ਼ੀਅਸ, ਨਾ ਜ਼ਿਆਦਾ ਡਿਫਰੈਂਟ, ਬਸ ਨਾਰਮਲ। ਕਿਤਾਬ ਦੇ ਅਗਲੇ ਹਿੱਸੇ ਵਿੱਚ ਲਿਖਿਆ ਸੀ ਕਿ ਸੈਲਫ ਅਵੇਅਰਨੈਸ ਦਾ ਮਤਲਬ ਸਿਰਫ ਆਪਣੇ ਪਾਸਟ ਨੂੰ ਰਿਕਗਨਾਈਜ਼ ਕਰਨਾ ਨਹੀਂ ਹੈ, ਸਗੋਂ ਇਹ ਵੀ ਸਮਝਣਾ ਹੈ ਕਿ ਕਿਹੜੀਆਂ ਹੈਬਿਟ ਜਾਂ ਟ੍ਰਿਗਰ ਅਜੇ ਵੀ ਤੁਹਾਨੂੰ ਰੋਕ ਰਹੇ ਹਨ। ਮੋਹਿਤ ਨੂੰ ਇਹ ਗੱਲ ਸਮਝ ਆਈ ਕਿ ਉਸ ਦਾ ਡਰ ਅਤੇ ਇਨਸਿਕਿਉਰਿਟੀ ਅਜੇ ਵੀ ਉਸ ਨੂੰ ਫੈਸਲੇ ਕਰਨ ਵਿੱਚ ਪਿੱਛੇ ਖਿੱਚਦੇ ਹਨ। ਅਗਲੇ ਦਿਨ ਦਫ਼ਤਰ ਵਿੱਚ ਇੱਕ ਦਿਲਚਸਪ ਸਿਚੁਏਸ਼ਨ ਹੋਈ। ਉਸ ਦੀ ਟੀਮ ਦੇ ਬੌਸ ਨੇ ਇੱਕ ਨਵੇਂ ਪ੍ਰੋਜੈਕਟ ਤੇ ਕੰਮ ਕਰਨ ਲਈ ਵੋਲੰਟੀਅਰ ਮੰਗੇ। ਮੋਹਿਤ ਦਾ ਦਿਲ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਸੀ, ਪਰ ਉਸ ਦਾ ਦਿਮਾਗ ਉਸ ਨੂੰ ਪਿੱਛੇ ਖਿੱਚ ਰਿਹਾ ਸੀ। ਉਸ ਨੂੰ ਫਿਰ ਉਹੀ ਡਰ ਮਹਿਸੂਸ ਹੋਇਆ ਕਿ ਜੇ ਮੈਂ ਗਲਤੀ ਕਰ ਦਿੱਤੀ ਤਾਂ ਲੋਕ ਕੀ ਕਹਿਣਗੇ। ਉਸਨੇ ਖੁਦ ਤੋਂ ਇੱਕ ਸਵਾਲ ਪੁੱਛਿਆ ਕਿ ਇਹ ਡਰ ਮੇਰੇ ਪਾਸਟ ਤੋਂ ਆ ਰਿਹਾ ਹੈ। ਉਹ ਸਮਝ ਗਿਆ ਕਿ ਇਹ ਡਰ ਉਸ ਪੁਰਾਣੇ ਘਟਨਾ ਦਾ ਨਤੀਜਾ ਹੈ ਜਦੋਂ ਉਹ ਸਟੇਜ ਤੇ ਬੋਲਾ ਸੀ ਅਤੇ ਸਾਰੇ ਨੇ ਉਸ ਨੂੰ ਜੱਜ ਕੀਤਾ ਸੀ। ਉਹ ਗਹਿਰੀ ਸਾਂਸ ਲੈ ਕੇ ਸੋਚਣ ਲੱਗਾ ਕਿ ਮੈਨੂੰ ਇਸ ਵਾਰ ਕੋਸ਼ਿਸ਼ਲੀ ਇੱਕ ਵੱਖਰਾ ਫੈਸਲਾ ਨਹੀਂ ਕਰਨਾ ਚਾਹੀਦਾ। ਉਸਨੇ ਹੱਥ ਉਠਾਇਆ ਅਤੇ ਕਿਹਾ, ਮੈਂ ਇਸ ਪ੍ਰੋਜੈਕਟ ਤੇ ਕੰਮ ਕਰਨਾ ਚਾਹੁੰਦਾ ਹਾਂ। ਉਸ ਦੇ ਟੀਮਮੇਟ ਅਤੇ ਬੌਸ ਥੋੜਾ ਹੈਰਾਨ ਹੋਏ ਕਿਉਂਕਿ ਮੋਹਿਤ ਅਕਸਰ ਹੌਲੀ ਰਹਿੰਦਾ ਸੀ, ਪਰ ਉਸ ਫੈਸਲੇ ਨੇ ਉਸ ਨੂੰ ਅੰਦਰੋਂ ਇੱਕ ਛੋਟੀ ਜਿਹੀ ਜਿੱਤ ਦਾ ਅਹਿਸਾਸ ਦਿਵਾਇਆ। ਉਸ ਰਾਤ ਉਸਨੇ ਫਿਰ ਨੋਟਬੁੱਕ ਖੋਲੀ ਅਤੇ ਲਿਖਿਆ, ਅੱਜ ਮੈਂ ਆਪਣੇ ਪਾਸ ਟ੍ਰਿਗਰ ਨੂੰ ਪਛਾਣ ਕੇ ਉਸ ਨੂੰ ਓਵਰਕਮ ਕੀਤਾ। ਮੈਂ ਡਰਿਆ ਸੀ, ਪਰ ਮੈਂ ਕੌਸ਼ੀਅਸਲੀ ਇੱਕ ਵੱਖਰੀ ਚੋਇਸ ਕੀਤੀ। ਸ਼ਾਇਦ ਇਹ ਜਰਨੀ ਮੁਸ਼ਕਿਲ ਹੋਵੇਗੀ, ਪਰ ਮੈਂ ਇਸ ਨੂੰ ਜਾਰੀ ਰੱਖਣਾ ਚਾਹੁੰਦਾ ਹਾਂ। ਮੋਹਿਤ ਨੇ ਆਪਣੀ ਕਿਤਾਬ ਦਾ ਪਹਿਲਾ ਸਬਕ ਪੂਰੀ ਤਰ੍ਹਾਂ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ। ਉਹ ਹਰ ਛੋਟੀ ਵੱਡੀ ਸਿਚੁਏਸ਼ਨ ਵਿੱਚ ਖੁਦ ਤੋਂ ਸਵਾਲ ਕਰਦਾ ਕਿ ਕੀ ਇਹ ਫੈਸਲਾ ਮੇਰੀ ਕੌਸ਼ੀਅਸ ਚੋਇਸ ਹੈ ਜਾਂ ਮੇਰਾ ਪਾਸਟ ਮੈਨੂੰ ਕੰਟਰੋਲ ਕਰ ਰਿਹਾ ਹੈ। ਧੀਰੇ-ਧੀਰੇ ਉਸ ਨੂੰ ਸਮਝ ਆਉਣਾ ਸ਼ੁਰੂ ਹੋ ਗਿਆ ਕਿ ਉਸ ਦੀ ਜ਼ਿੰਦਗੀ ਦੀਆਂ ਕਈ ਹੈਬਿਟਸ ਅਤੇ ਡਰ ਉਸ ਦੇ ਪੁਰਾਣੇ ਐਕਸਪੀਰੀਐਂਸ ਦਾ ਨਤੀਜਾ ਹਨ। ਇੱਕ ਦਿਨ ਮੋਹਿਤ ਦੀ ਦੋਸਤ ਅੰਸ਼ਿਕਾ ਉਸ ਨੂੰ ਮਿਲਣ ਆਈ। ਉਹ ਕਾਫੀ ਸਮੇਂ ਬਾਅਦ ਮੋਹਿਤ ਨੂੰ ਮਿਲ ਰਹੀ ਸੀ। ਉਸਨੇ ਮੋਹਿਤ ਤੋਂ ਪੁੱਛਿਆ, ਤੂੰ ਇੰਨਾ ਖੋਇਆ ਕਿਉਂ ਰਹਿੰਦਾ ਹੈ? ਪਹਿਲਾਂ ਤਾਂ ਤੂੰ ਨਾਲ ਗੱਲ ਕਰਨ ਵਿੱਚ ਇੰਨਾ ਆਸਾਨ ਲੱਗਦਾ ਸੀ, ਹੁਣ ਐਸਾ ਲੱਗਦਾ ਹੈ ਕਿ ਤੂੰ ਕੁਝ ਛੁਪਾ ਰਿਹਾ ਹੈ। ਮੋਹਿਤ ਨੇ ਸਾਂਸ ਲਈ ਅਤੇ ਉਸ ਨੂੰ ਸਭ ਕੁਝ ਦੱਸ ਦਿੱਤਾ। ਉਸਨੇ ਕਿਤਾਬ, ਸੈਲਫ ਅਵੇਅਰਨੈਸ ਅਤੇ ਆਪਣੇ ਪੈਟਰਨਸ ਨੂੰ ਪਛਾਣਨ ਦੀ ਜਰਨੀ ਬਾਰੇ ਗੱਲ ਕੀਤੀ। ਅੰਸ਼ਿਕਾ ਨੇ ਮੁਸਕਰਾਉਂਦੇ ਹੋਏ ਕਿਹਾ, ਯਾਰ ਇਹ ਤਾਂ ਸੱਚਮੁੱਚ ਕੂਲ ਚੀਜ਼ ਹੈ। ਅਸੀਂ ਸਾਰੇ ਆਪਣੀਆਂ ਹੀ ਪੈਟਰਨਸ ਵਿੱਚ ਫਸੇ ਰਹਿੰਦੇ ਹਾਂ, ਪਰ ਕਦੇ ਵੀ ਨਹੀਂ ਸੋਚਦੇ ਕਿ ਇਸ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ। ਸ਼ਾਇਦ ਮੈਨੂੰ ਵੀ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ। ਮੋਹਿਤ ਨੇ ਕਿਹਾ, ਇੱਕ ਵਾਰ ਟਰਾਈ ਕਰ। ਇਹ ਆਸਾਨ ਨਹੀਂ ਹੈ, ਪਰ ਜਦੋਂ ਤੂੰ ਆਪਣੇ ਅੰਦਰ ਝਾਂਕਣਾ ਸ਼ੁਰੂ ਕਰਦਾ ਹੈ ਤਾਂ ਚੀਜ਼ਾਂ ਕਲੀਅਰ ਹੋਣ ਲੱਗਦੀਆਂ ਹਨ। ਅਤੇ ਹਾਂ, ਅਨਕੰਫਰਟੇਬਲ ਵੀ ਹੋਵੇਗਾ। ਅੰਸ਼ਿਕਾ ਨੇ ਕਿਹਾ, ਅਨਕੰਫਰਟੇਬਲ ਤਾਂ ਹੋਏਗਾ ਹੀ। ਆਪਣੇ ਆਪ ਨਾਲ ਮੁਕਾਬਲਾ ਕਰਨਾ ਕੋਈ ਆਸਾਨ ਕੰਮ ਨਹੀਂ ਹੈ, ਪਰ ਲੱਗਦਾ ਹੈ ਕਿ ਤੂੰ ਸਹੀ ਦਿਸ਼ਾ ਵਿੱਚ ਹੈ। ਮੋਹਿਤ ਦੀ ਜਰਨੀ ਹੁਣ ਸ਼ੁਰੂ ਹੋਈ ਸੀ। ਉਸ ਨੂੰ ਸਮਝ ਆਇਆ ਕਿ ਇਹ ਪ੍ਰੋਸੈਸ ਓਵਰਨਾਈਟ ਨਹੀਂ ਹੋਵੇਗਾ, ਪਰ ਉਸਨੇ ਤੈਅ ਕਰ ਲਿਆ ਸੀ ਕਿ ਉਹ ਖੁਦ ਨੂੰ ਸਮਝਣ ਅਤੇ ਆਪਣੀ ਜ਼ਿੰਦਗੀ ਨੂੰ ਕੌਸ਼ੀਅਸਲੀ ਬਣਾਉਣ ਲਈ ਤਿਆਰ ਹੈ। ਉਸਨੇ ਕਿਤਾਬ ਦੇ ਅਗਲੇ ਚੈਪਟਰ ਨੂੰ ਖੋਲ੍ਹਣ ਦਾ ਸੋਚਿਆ,
ਪਰ ਪਹਿਲਾਂ ਉਸਨੇ ਖੁਦ ਤੋਂ ਵਾਅਦਾ ਕੀਤਾ ਕਿ ਜਦੋਂ ਤੱਕ ਪਹਿਲਾ ਸਬਕ ਪੂਰੀ ਤਰ੍ਹਾਂ ਉਸ ਦੀ ਜ਼ਿੰਦਗੀ ਵਿੱਚ ਇੰਟੀਗ੍ਰੇਟ ਨਹੀਂ ਹੋ ਜਾਵੇਗਾ, ਉਹ ਅੱਗੇ ਨਹੀਂ ਵਧੇਗਾ। ਉਸਨੇ ਹੌਲੀ-ਹੌਲੀ ਆਪਣੇ ਪੁਰਾਣੇ ਬਿਲੀਫਸ ਅਤੇ ਪੈਟਰਨਸ ਤੋਂ ਬਾਹਰ ਨਿਕਲਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗੇ ਕੀ ਹੋਵੇਗਾ, ਇਹ ਸੋਚ ਕੇ ਮੋਹਿਤ ਥੋੜਾ ਐਕਸਾਈਟਡ ਵੀ ਸੀ ਅਤੇ ਨਰਵਸ ਵੀ, ਪਰ ਹੁਣ ਉਹ ਆਪਣੀ ਜ਼ਿੰਦਗੀ ਨੂੰ ਕੌਸ਼ੀਅਸਲੀ ਜੀਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਕਿਤਾਬ ਦਾ ਅਗਲਾ ਪੰਨਾ ਪਲਟਿਆ ਅਤੇ ਪੜ੍ਹਿਆ, ਸੈਟਿੰਗ ਬਾਉਂਡਰੀਜ਼, ਪਰਸਨਲ ਬਾਉਂਡਰੀਜ਼ ਨੂੰ ਸਥਾਪਿਤ ਅਤੇ ਮੇਨਟੇਨ ਕਰੋ ਤਾਂ ਕਿ ਤੁਸੀਂ ਆਪਣੀ ਭਲਾਈ ਦੀ ਰੱਖਿਆ ਕਰ ਸਕੋ ਅਤੇ ਯਕੀਨੀ ਬਣਾਓ ਕਿ ਤੁਹਾਡੇ ਕਦਮ ਤੁਹਾਡੇ ਸੱਚੇ ਇੱਛਾਵਾਂ ਨੂੰ ਪ੍ਰਤੀਬਿੰਬਿਤ ਕਰਦੇ ਹਨ। ਬਿਨਾਂ ਕਿਸੇ ਬਾਹਰੀ ਦਬਾਅ ਦੇ ਮੋਹਿਤ ਨੇ ਇਹ ਲਾਈਨ 2 ਵਾਰ ਪੜ੍ਹੀ। ਬਾਉਂਡਰੀਜ਼ ਇਹ ਸ਼ਬਦ ਮੋਹਿਤ ਲਈ ਕੁਝ ਅਜੀਬ ਸੀ। ਉਹ ਸੋਚਣ ਲੱਗਾ ਕਿ ਕੀ ਉਸਨੇ ਕਦੇ ਆਪਣੀ ਜ਼ਿੰਦਗੀ ਵਿੱਚ ਬਾਉਂਡਰੀਜ਼ ਸੈੱਟ ਕੀਤੀਆਂ ਹਨ। ਉਸਨੂੰ ਆਪਣੇ ਕਾਲਜ ਦੇ ਦਿਨ ਯਾਦ ਆਏ ਜਦੋਂ ਉਹ ਹਮੇਸ਼ਾ ਐਸਾ ਇਨਸਾਨ ਸੀ ਜੋ ਹਾਂ ਕਹਿ ਦਿੰਦਾ ਸੀ ਭਾਵੇਂ ਉਸਦਾ ਮਨ ਨਾ ਹੋਵੇ। ਕੋਈ ਨੋਟਿਸ ਮੰਗਦਾ ਤਾਂ ਉਹ ਪੂਰੀ ਰਾਤ ਜਾਗ ਕੇ ਤਿਆਰ ਕਰਦਾ, ਕੋਈ ਉਸਦੀ ਮਦਦ ਚਾਹੁੰਦਾ ਤਾਂ ਉਹ ਆਪਣਾ ਸਾਰਾ ਕੰਮ ਛੱਡ ਦਿੰਦਾ। ਮੋਹਿਤ ਨੂੰ ਲੱਗਦਾ ਸੀ ਕਿ ਇਹ ਕਰਨਾ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਹੀ ਲੋਕ ਉਸਨੂੰ ਪਸੰਦ ਕਰਨਗੇ, ਪਰ ਅਸਲ ਵਿੱਚ ਇਹ ਸਭ ਉਸਨੂੰ ਇਮੋਸ਼ਨਲ ਅਤੇ ਫਿਜ਼ੀਕਲ ਤੌਰ ਤੇ ਥਕਾਉਣ ਵਾਲਾ ਸੀ। ਉਸਨੇ ਕਿਤਾਬ ਦੇ ਚੈਪਟਰ ਨੂੰ ਪੜ੍ਹਨਾ ਜਾਰੀ ਰੱਖਿਆ ਜਿਸ ਵਿੱਚ ਲਿਖਿਆ ਸੀ ਕਿ ਬਾਉਂਡਰੀਜ਼ ਦਾ ਮਤਲਬ ਖੁਦਗਰਜ਼ ਹੋਣਾ ਨਹੀਂ ਹੈ, ਇਸ ਦਾ ਮਤਲਬ ਹੈ ਆਪਣੀ ਮੈਂਟਲ ਅਤੇ ਇਮੋਸ਼ਨਲ ਹੈਲਥ ਦੀ ਰੱਖਿਆ ਕਰਨਾ ਅਤੇ ਉਹਨਾਂ ਚੀਜ਼ਾਂ ਨੂੰ ਪ੍ਰਾਇਰਟੀ ਦੇਣਾ ਜੋ ਤੁਹਾਡੇ ਲਈ ਸੱਚਮੁੱਚ ਜ਼ਰੂਰੀ ਹਨ। ਮੋਹਿਤ ਨੇ ਖੁਦ ਤੋਂ ਸਵਾਲ ਕੀਤਾ ਕਿ ਮੈਂ ਸੱਚਮੁੱਚ ਐਸਾ ਕਰਦਾ ਹਾਂ ਜਾਂ ਮੈਂ ਸਿਰਫ ਹਰ ਕਿਸੇ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਖੁਦ ਨੂੰ ਅਣਦੇਖਾ ਕਰਦਾ ਹਾਂ। ਉਸਨੂੰ ਜਵਾਬ ਪਹਿਲਾਂ ਹੀ ਪਤਾ ਸੀ। ਅਗਲੇ ਦਿਨ ਦਫ਼ਤਰ ਵਿੱਚ ਇੱਕ ਹੋਰ ਸਿਚੁਏਸ਼ਨ ਆਈ ਜਦੋਂ ਉਸਦੇ ਕੋਲੀਗ ਰੋਨ ਨੇ ਇੱਕ ਪ੍ਰੈਜੈਂਟੇਸ਼ਨ ਤਿਆਰ ਕਰਨ ਵਿੱਚ ਮਦਦ ਮੰਗੀ। ਮੋਹਿਤ ਪਹਿਲਾਂ ਦੀ ਤਰ੍ਹਾਂ ਹਾਂ ਕਹਿਣਾ ਚਾਹੁੰਦਾ ਸੀ ਪਰ ਉਸਨੇ ਰੋਕ ਲਿਆ। ਉਸਨੇ ਖੁਦ ਤੋਂ ਪੁੱਛਿਆ ਕਿ ਮੈਂ ਇਹ ਜੈਨੂਇਨਲੀ ਕਰਨਾ ਚਾਹੁੰਦਾ ਹਾਂ ਜਾਂ ਮੈਂ ਸਿਰਫ ਇਸ ਲਈ ਮੰਨ ਰਿਹਾ ਹਾਂ ਕਿਉਂਕਿ ਮੈਂ ਨਾ ਕਹਿਣ ਤੋਂ ਡਰਦਾ ਹਾਂ। ਉਸਨੇ ਠੀਕੇ ਤਰੀਕੇ ਨਾਲ ਕਿਹਾ, ਰੋਨ, ਮੈਂ ਇਸ ਵਾਰ ਮਦਦ ਨਹੀਂ ਕਰ ਸਕਦਾ, ਮੇਰੇ ਕੋਲ ਆਪਣੀਆਂ ਡੈਡਲਾਈਨਜ਼ ਹਨ। ਰੋਨ ਕੁਝ ਹੈਰਾਨ ਹੋਇਆ ਪਰ ਉਸਨੇ ਸਮਝਦਾਰੀ ਨਾਲ ਰਿਐਕਟ ਕੀਤਾ। ਮੋਹਿਤ ਨੂੰ ਅਜੀਬ ਲੱਗਾ ਪਰ ਉਹ ਇੱਕ ਰਿਲੀਫ ਮਹਿਸੂਸ ਕਰ ਰਿਹਾ ਸੀ। ਪਹਿਲੀ ਵਾਰ ਉਸਨੇ ਆਪਣੀਆਂ ਪ੍ਰਾਇਰਟੀਜ਼ ਨੂੰ ਮਹੱਤਵ ਦਿੱਤਾ ਸੀ। ਉਸ ਰਾਤ ਘਰ ਆ ਕੇ ਉਸਨੇ ਫਿਰ ਨੋਟਬੁੱਕ ਖੋਲੀ ਅਤੇ ਲਿਖਿਆ, ਅੱਜ ਮੈਂ ਬਾਉਂਡਰੀ ਸੈੱਟ ਕਰਨ ਦੀ ਕੋਸ਼ਿਸ਼ ਕੀਤੀ। ਇਹ ਅਜੀਬ ਸੀ ਪਰ ਮੈਂ ਖੁਦ ਨੂੰ ਗਿਲਟ ਵਿੱਚ ਨਹੀਂ ਡੁਬੋ ਦਿੱਤਾ। ਮੈਨੂੰ ਸਮਝ ਆ ਰਿਹਾ ਹੈ ਕਿ ਬਾਉਂਡਰੀਜ਼ ਸਿਰਫ ਦੂਜੇ ਲੋਕਾਂ ਲਈ ਨਹੀਂ ਸਗੋਂ ਖੁਦ ਲਈ ਵੀ ਜ਼ਰੂਰੀ ਹਨ। ਅਗਲੇ ਕੁਝ ਦਿਨਾਂ ਤੱਕ ਮੋਹਿਤ ਨੇ ਬਾਉਂਡਰੀਜ਼ ਦੀ ਪ੍ਰੈਕਟਿਸ ਜਾਰੀ ਰੱਖੀ। ਉਹ ਛੋਟੀਆਂ ਸਿਚੁਏਸ਼ਨਾਂ ਵਿੱਚ ਨਾ ਕਹਿਣਾ ਸਿੱਖ ਰਿਹਾ ਸੀ ਪਰ ਇੱਕ ਦਿਨ ਉਸ ਦੀ ਵੱਡੀ ਟੈਸਟ ਹੋਈ। ਮੋਹਿਤ ਦੀ ਚਾਈਲਡਹੁੱਡ ਫਰੈਂਡ ਨੇਹਾ, ਜਿਸਨੂੰ ਉਹ ਸਾਲਾਂ ਤੋਂ ਜਾਣਦਾ ਸੀ, ਨੇ ਅਚਾਨਕ ਉਸਨੂੰ ਕਾਲ ਕੀਤਾ। ਨੇਹਾ ਨੇ ਇੱਕ ਵੱਡਾ ਫੇਵਰ ਮੰਗਿਆ। ਉਸਨੂੰ ਅਗਲੇ 2 ਹਫ਼ਤੇ ਤੱਕ ਆਪਣੀ ਪਰਸਨਲ ਪ੍ਰੋਜੈਕਟ ਵਿੱਚ ਮਦਦ ਚਾਹੀਦੀ ਸੀ। ਮੋਹਿਤ ਜਾਣਦਾ ਸੀ ਕਿ ਇਹ ਕੰਮ ਬਹੁਤ ਡਿਮਾਂਡਿੰਗ ਹੋਵੇਗਾ ਅਤੇ ਇਸ ਨਾਲ ਉਸਦੇ ਆਪਣੇ ਗੋਲਸ ਪ੍ਰਭਾਵਿਤ ਹੋ ਸਕਦੇ ਹਨ। ਨੇਹਾ ਨੇ ਕੈਜ਼ੂਅਲ ਟੋਨ ਵਿੱਚ ਕਿਹਾ, ਤੂੰ ਤਾਂ ਮੇਰਾ ਬੈਸਟ ਫਰੈਂਡ ਹੈ, ਜੇ ਤੂੰ ਮਦਦ ਨਹੀਂ ਕਰੇਗਾ ਤਾਂ ਕੌਣ ਕਰੇਗਾ। ਮੋਹਿਤ ਨੇ ਮਹਿਸੂਸ ਕੀਤਾ ਕਿ ਇਹ ਉਹ ਮੋਮੈਂਟ ਹੈ ਜਦੋਂ ਉਸਨੂੰ ਸੱਚਮੁੱਚ ਬਾਉਂਡਰੀਜ਼ ਨੂੰ ਲਾਗੂ ਕਰਨਾ ਹੋਵੇਗਾ। ਉਸਨੇ ਜਾਣਿਆ ਕਿ ਜੇ ਉਹ ਹਾਂ ਕਹਿੰਦਾ ਹੈ ਤਾਂ ਉਹ ਫਿਰ ਤੋਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਜਾ ਕੇ ਦੂਜਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਲੱਗ ਜਾਵੇਗਾ। ਉਸਨੇ ਠੰਡਾ ਰਹਿ ਕੇ ਕਿਹਾ, ਨੇਹਾ, ਮੈਂ ਸਮਝ ਸਕਦਾ ਹਾਂ ਕਿ ਇਹ ਪ੍ਰੋਜੈਕਟ ਤੇਰੇ ਲਈ ਇੰਪੋਰਟੈਂਟ ਹੈ ਪਰ ਮੈਂ ਖੁਦ ਆਪਣੇ ਕੰਮ ਵਿੱਚ ਬਹੁਤ ਬਿਜੀ ਹਾਂ। ਇਸ ਵਾਰ ਮੈਂ ਤੇਰੀ ਮਦਦ ਨਹੀਂ ਕਰ ਪਾ ਰਹਾ, ਪਰ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਕੁਝ ਰਿਸੋਰਸਿਸ ਸੁਜੈਸਟ ਕਰ ਸਕਦਾ ਹਾਂ। ਨੇਹਾ ਕੁਝ ਪਲ ਲਈ ਚੁੱਪ ਰਹੀ, ਫਿਰ ਕਿਹਾ, ਉਹ ਠੀਕ ਹੈ, ਮੈਂ ਮੈਨੇਜ ਕਰ ਲਵਾਂਗੀ। ਮੋਹਿਤ ਨੂੰ ਲੱਗਾ ਕਿ ਨੇਹਾ ਨਿਰਾਸ਼ ਹੈ ਪਰ ਉਸਨੇ ਗਿਲਟ ਮਹਿਸੂਸ ਨਹੀਂ ਕੀਤਾ। ਉਸਨੇ ਪਹਿਲੀ ਵਾਰ ਸਮਝਿਆ ਕਿ ਬਾਉਂਡਰੀਜ਼ ਦਾ ਮਤਲਬ ਦੂਜਿਆਂ ਨੂੰ ਹਰਟ ਕਰਨਾ ਨਹੀਂ ਹੈ, ਇਸ ਦਾ ਮਤਲਬ ਹੈ ਖੁਦ ਨੂੰ ਪ੍ਰਾਇਰਟੀ ਦੇਣਾ ਅਤੇ ਆਪਣੀ ਮੈਂਟਲ ਪੀਸ ਨੂੰ ਕੰਪਰੋਮਾਈਜ਼ ਨਾ ਕਰਨਾ। ਮੋਹਿਤ ਨੇ ਕਿਤਾਬ ਦੇ ਚੈਪਟਰ ਵਿੱਚ ਇੱਕ ਹੋਰ ਗੱਲ ਪੜ੍ਹੀ ਸੀ ਕਿ ਬਾਉਂਡਰੀਜ਼ ਨੂੰ ਮੇਨਟੇਨ ਕਰਨਾ ਸਿਰਫ ਨਾ ਕਹਿਣੇ ਤੱਕ ਸੀਮਿਤ ਨਹੀਂ ਹੈ, ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਐਕਸ਼ਨਸ ਅਤੇ ਫੈਸਲੇ ਆਪਣੇ ਵੈਲਿਊਜ਼ ਅਤੇ ਡਿਜ਼ਾਇਰਸ ਦੇ ਅਨੁਸਾਰ ਐਲਾਈਨ ਕਰੋ। ਇੱਕ ਹੋਰ ਉਦਾਹਰਣ ਉਸਨੂੰ ਜਲਦੀ ਹੀ ਮਿਲੀ। ਉਸਦੇ ਦਫ਼ਤਰ ਵਿੱਚ ਇੱਕ ਵੀਕਐਂਡ ਟੀਮ ਬਿਲਡਿੰਗ ਟ੍ਰਿਪ ਪਲਾਨ ਹੋ ਰਿਹਾ ਸੀ। ਸਾਰੇ ਲੋਕ ਐਕਸਾਈਟਿਡ ਸਨ ਪਰ ਮੋਹਿਤ ਨੂੰ ਪਤਾ ਸੀ ਕਿ ਉਸਨੂੰ ਅਜਿਹੇ ਸੋਸ਼ਲ ਇਵੈਂਟ ਵਿੱਚ ਜਾਣਾ ਪਸੰਦ ਨਹੀਂ ਹੈ। ਉਹ ਆਪਣਾ ਵੀਕਐਂਡ ਪੜ੍ਹਾਈ ਅਤੇ ਆਰਾਮ ਕਰਨ ਵਿੱਚ ਬਿਤਾਉਣਾ ਚਾਹੁੰਦਾ ਸੀ। ਪਹਿਲਾਂ ਉਹ ਹਮੇਸ਼ਾ ਪੀਅਰ ਪ੍ਰੈਸ਼ਰ ਵਿੱਚ ਆ ਕੇ ਜੁਆਇਨ ਕਰ ਲੈਂਦਾ ਸੀ ਪਰ ਇਸ ਵਾਰ ਉਸਨੇ ਖੁਦ ਤੋਂ ਪੁੱਛਿਆ ਕਿ ਮੈਂ ਇਹ ਟ੍ਰਿਪ ਜੈਨੂਇਨਲੀ ਐਂਜੋਏ ਕਰਾਂਗਾ ਜਾਂ ਮੈਂ ਸਿਰਫ ਇਸ ਲਈ ਜਾਵਾਂਗਾ ਕਿਉਂਕਿ ਬਾਕੀ ਸਭ ਜਾ ਰਹੇ ਹਨ। ਉਸਨੇ ਟੀਮ ਨੂੰ ਪੋਲਾਈਟ ਤਰੀਕੇ ਨਾਲ ਕਿਹਾ, ਧੰਨਵਾਦ ਤੁਹਾਨੂੰ ਮੈਨੂੰ ਆਮੰਤਰਿਤ ਕਰਨ ਲਈ, ਪਰ ਮੈਂ ਇਸ ਵਾਰ ਟ੍ਰਿਪ ਤੇ ਨਹੀਂ ਆ ਪਾਵਾਂਗਾ। ਮੈਨੂੰ ਕੁਝ ਪਰਸਨਲ ਕਮਿਟਮੈਂਟਸ ਹਨ। ਲੋਕਾਂ ਨੇ ਉਸਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਮਨਾ ਕਰ ਦਿੱਤਾ।
ਉਸ ਨੂੰ ਅੰਦਰੋਂ ਕੁਝ ਆਕਵਰਡ ਲੱਗਾ, ਪਰ ਨਾਲ ਹੀ ਇੱਕ ਐਮਪਾਵਰਮੈਂਟ ਵੀ ਮਹਿਸੂਸ ਹੋਈ। ਮੋਹਿਤ ਦੀ ਜ਼ਿੰਦਗੀ ਹੁਣ ਧੀਰੇ-ਧੀਰੇ ਬਦਲ ਰਹੀ ਸੀ। ਉਸ ਨੂੰ ਸਮਝ ਆ ਰਿਹਾ ਸੀ ਕਿ ਬਾਉਂਡਰੀ ਸੈੱਟ ਕਰਨਾ ਸਿਰਫ ਇੱਕ ਐਕਸ਼ਨ ਨਹੀਂ, ਬਲਕਿ ਇੱਕ ਮਾਈਂਡ ਸੈੱਟ ਹੈ। ਉਸਨੇ ਦੇਖਿਆ ਕਿ ਜਿਵੇਂ-ਜਿਵੇਂ ਉਹ ਆਪਣੀਆਂ ਬਾਉਂਡਰੀਜ਼ ਦੀ ਇੱਜ਼ਤ ਕਰਨ ਲੱਗਾ, ਉਹੀ ਤਰ੍ਹਾਂ ਦੂਜੇ ਲੋਕ ਵੀ ਉਸ ਦੀ ਚੋਇਸ ਦੀ ਇੱਜ਼ਤ ਕਰਨ ਲੱਗੇ। ਇੱਕ ਦਿਨ ਅੰਸ਼ਿਕਾ ਫਿਰ ਉਸ ਨੂੰ ਮਿਲਣ ਆਈ। ਉਸਨੇ ਕਿਹਾ, ਯਾਰ, ਮੈਂ ਨੋਟਿਸ ਕਰ ਰਹੀ ਹਾਂ ਕਿ ਤੂੰ ਹੁਣ ਪਹਿਲਾਂ ਵਾਂਗ ਨਹੀਂ ਹੈ। ਪਹਿਲਾਂ ਤੂੰ ਹਰ ਚੀਜ਼ ਲਈ ਹਾਂ ਕਹਿ ਦਿੰਦਾ ਸੀ, ਹੁਣ ਤੇਰੇ ਵਿੱਚ ਇੱਕ ਅਲੱਗ ਕਾਨਫੀਡੈਂਸ ਦਿਖਾਈ ਦੇ ਰਿਹਾ ਹੈ। ਕੀ ਚੱਲ ਰਿਹਾ ਹੈ? ਮੋਹਿਤ ਨੇ ਮੁਸਕਰਾ ਕੇ ਕਿਹਾ, ਬਸ ਬਾਉਂਡਰੀ ਸੈੱਟ ਕਰ ਰਿਹਾ ਹਾਂ। ਪਹਿਲਾਂ ਮੈਂ ਹਮੇਸ਼ਾ ਦੂਜਿਆਂ ਦੀ ਉਮੀਦਾਂ ਪੂਰੀ ਕਰਨ ਦੇ ਪਿੱਛੇ ਭੱਜਦਾ ਸੀ, ਪਰ ਹੁਣ ਮੈਂ ਸਮਝ ਆ ਗਿਆ ਹੈ ਕਿ ਖੁਦ ਨੂੰ ਪ੍ਰਾਇੋਰਟੀ ਦੇਣਾ ਸੈਲਫਿਸ਼ ਨਹੀਂ ਹੈ, ਇਹ ਸੈਲਫ ਰਿਸਪੈਕਟ ਹੈ। ਅੰਸ਼ਿਕਾ ਨੇ ਕਿਹਾ, ਪਰ ਕੀ ਇਹ ਕੁਝ ਮੁਸ਼ਕਿਲ ਨਹੀਂ ਹੁੰਦਾ? ਮਤਲਬ ਲੋਕ ਹਰਟ ਨਹੀਂ ਹੋ ਜਾਂਦੇ ਜਦੋਂ ਤੂੰ ਉਹਨਾਂ ਨੂੰ ਮਨਾ ਕਰਦਾ ਹੈ? ਮੋਹਿਤ ਨੇ ਕਿਹਾ, ਸ਼ੁਰੂਆਤ ਵਿੱਚ ਆਕਵਰਡ ਲੱਗਦਾ ਹੈ, ਪਰ ਜਦੋਂ ਤੁਸੀਂ ਦੂਜਿਆਂ ਨੂੰ ਸਮਝਾਉਂਦੇ ਹੋ ਕਿ ਤੁਸੀਂ ਕਿਉਂ ਨਾ ਕਹਿ ਰਹੇ ਹੋ, ਤਾਂ ਜ਼ਿਆਦਾਤਰ ਲੋਕ ਸਮਝ ਜਾਂਦੇ ਹਨ, ਅਤੇ ਜੋ ਨਹੀਂ ਸਮਝਦੇ ਉਹ ਸ਼ਾਇਦ ਤੁਹਾਡੀਆਂ ਬਾਉਂਡਰੀਜ਼ ਦੀ ਇੱਜ਼ਤ ਕਰਨ ਲਾਇਕ ਨਹੀਂ ਹੁੰਦੇ। ਅੰਸ਼ਿਕਾ ਨੇ ਉਸ ਦੀ ਗੱਲ ਤੇ ਗਹਿਰੀ ਸੋਚ ਵਿੱਚ ਸਿਰ ਹਿਲਾਇਆ। ਸ਼ਾਇਦ ਮੈਨੂੰ ਵੀ ਬਾਉਂਡਰੀਜ਼ ਤੇ ਕੰਮ ਕਰਨਾ ਚਾਹੀਦਾ ਹੈ। ਮੈਂ ਵੀ ਹਰ ਵਕਤ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਖੁਦ ਨੂੰ ਇਗਨੋਰ ਕਰ ਦਿੰਦੀ ਹਾਂ। ਮੋਹਿਤ ਨੇ ਉਸ ਨੂੰ ਹੌਸਲਾ ਦਿੱਤਾ, ਸ਼ੁਰੂ ਕਰ ਛੋਟੇ-ਛੋਟੇ, ਹਰ ਸਿਚੁਏਸ਼ਨ ਵਿੱਚ ਖੁਦ ਤੋਂ ਪੁੱਛ ਕਿ ਇਹ ਡਿਸੀਜਨ ਮੇਰੀ ਟਰੂ ਡਿਜ਼ਾਇਰਸ ਨਾਲ ਅਲਾਈਨ ਕਰਦਾ ਹੈ। ਧੀਰੇ-ਧੀਰੇ ਇਹ ਹੈਬਿਟ ਬਣ ਜਾਵੇਗੀ। ਉਸ ਰਾਤ ਮੋਹਿਤ ਨੇ ਆਪਣੀ ਨੋਟਬੁੱਕ ਵਿੱਚ ਲਿਖਿਆ, ਬਾਉਂਡਰੀ ਸੈੱਟ ਕਰਨਾ ਆਸਾਨ ਨਹੀਂ ਹੈ, ਪਰ ਇਹ ਮੇਰੇ ਲਈ ਲਾਈਫ ਚੇਂਜਿੰਗ ਸਾਬਤ ਹੋ ਰਿਹਾ ਹੈ। ਮੈਂ ਲੋਕਾਂ ਨੂੰ ਮਨਾਉਣਾ ਸਿੱਖਿਆ ਹੈ ਅਤੇ ਗਿਲਟ ਤੋਂ ਬਾਹਰ ਆਉਣਾ ਸ਼ੁਰੂ ਕੀਤਾ ਹੈ। ਮੈਨੂੰ ਹੁਣ ਸਮਝ ਆ ਰਿਹਾ ਹੈ ਕਿ ਬਾਉਂਡਰੀਜ਼ ਮੇਰੀ ਜ਼ਿੰਦਗੀ ਨੂੰ ਪ੍ਰੋਟੈਕਟ ਕਰਨ ਦਾ ਇੱਕ ਤਰੀਕਾ ਹੈ। ਹੁਣ ਮੋਹਿਤ ਨੇ ਕਿਤਾਬ ਦੇ ਅਗਲੇ ਚੈਪਟਰ ਵੱਲ ਦੇਖਣਾ ਸ਼ੁਰੂ ਕਰ ਦਿੱਤਾ। ਉਸ ਨੂੰ ਪਤਾ ਸੀ ਕਿ ਇਹ ਯਾਤਰਾ ਲੰਬੀ ਹੈ ਅਤੇ ਹਰ ਪਾਠ ਉਸ ਦੇ ਅੰਦਰ ਇੱਕ ਨਵਾਂ ਬਦਲਾਅ ਲਿਆਉਣ ਵਾਲਾ ਹੈ। ਉਸਨੇ ਖੁਦ ਤੋਂ ਵਾਅਦਾ ਕੀਤਾ ਕਿ ਉਹ ਇਸ ਪ੍ਰੋਸੈਸ ਨੂੰ ਸਬਰ ਅਤੇ ਕਮਿਟਮੈਂਟ ਨਾਲ ਜਾਰੀ ਰੱਖੇਗਾ। ਮੋਹਿਤ ਹੁਣ ਆਪਣੀ ਜ਼ਿੰਦਗੀ ਦੇ ਹਰ ਕਦਮ ਤੇ ਬਦਲਾਅ ਮਹਿਸੂਸ ਕਰ ਰਿਹਾ ਸੀ। ਸੈਲਫ ਅਵੇਅਰਨੈਸ ਅਤੇ ਬਾਉਂਡਰੀ ਸੈੱਟ ਕਰਨ ਨੇ ਉਸ ਨੂੰ ਇੱਕ ਨਵੀਂ ਕਲੈਰਿਟੀ ਦਿੱਤੀ ਸੀ। ਉਸਨੇ ਧੀਰੇ-ਧੀਰੇ ਲੋਕਾਂ ਦੀਆਂ ਉਮੀਦਾਂ ਤੋਂ ਖੁਦ ਨੂੰ ਅਲੱਗ ਕਰਨਾ ਸਿੱਖਿਆ ਅਤੇ ਆਪਣੀਆਂ ਚੋਣਾਂ ਨੂੰ ਕਾਂਸ਼ੀਅਸਲੀ ਅਲਾਈਨ ਕਰਨਾ ਸ਼ੁਰੂ ਕੀਤਾ। ਹੁਣ ਜਦੋਂ ਉਸਨੇ ਕਿਤਾਬ ਦਾ ਅਗਲਾ ਚੈਪਟਰ ਖੋਲ੍ਹਿਆ ਤਾਂ ਉਸਨੇ ਪੜ੍ਹਿਆ, ਪ੍ਰਾਇੋਰਿਟੀਇਜ਼ਿੰਗ ਸੈਲਫ ਕੇਅਰ, embrace self-love by prioritizing your needs and well-being, understanding that caring for yourself is your ability to contribute positively to others' happiness। ਮੋਹਿਤ ਨੇ ਖੁਦ ਤੋਂ ਇੱਕ ਵਾਰ ਫਿਰ ਸਵਾਲ ਕੀਤਾ ਕਿ ਮੈਂ ਸੱਚਮੁੱਚ ਸੈਲਫ ਕੇਅਰ ਕਰਦਾ ਹਾਂ। ਉਹ ਇਮਾਨਦਾਰੀ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜੋ ਜਵਾਬ ਆਇਆ ਉਹ ਉਸ ਨੂੰ ਕੁਝ ਅਨਕੰਫਰਟੇਬਲ ਕਰ ਗਿਆ। ਮੋਹਿਤ ਨੇ ਮਹਿਸੂਸ ਕੀਤਾ ਕਿ ਉਸਨੇ ਸੈਲਫ ਕੇਅਰ ਨੂੰ ਸਦੀ ਗਲਤ ਸਮਝਿਆ ਸੀ। ਉਸ ਨੂੰ ਲੱਗਦਾ ਸੀ ਕਿ ਸੈਲਫ ਕੇਅਰ ਦਾ ਮਤਲਬ ਲਗਜ਼ਰੀ ਹੈ, ਜਿਵੇਂ ਕਿਸੇ ਮਹਿੰਗੇ ਸਪਾ ਵਿੱਚ ਜਾਣਾ ਜਾਂ ਕਿਸੇ ਵੱਡੀ ਛੁੱਟੀ ਤੇ ਜਾਣਾ, ਪਰ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਸੈਲਫ ਕੇਅਰ ਦਾ ਮਤਲਬ ਹਰ ਰੋਜ਼ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਖੁਦ ਦਾ ਖਿਆਲ ਰੱਖਣਾ ਹੈ। ਉਸ ਦਿਨ ਉਸਨੇ ਕਿਤਾਬ ਦੇ ਅਗਲੇ ਚੈਪਟਰ ਵਿੱਚ ਪੜ੍ਹਿਆ ਕਿ ਸੈਲਫ ਕੇਅਰ ਦਾ ਮਤਲਬ ਹੈ ਆਪਣੇ ਫਿਜ਼ੀਕਲ, ਮੈਂਟਲ ਅਤੇ ਇਮੋਸ਼ਨਲ ਹੈਲਥ ਨੂੰ ਪ੍ਰਾਇੋਰਿਟੀ ਦੇਣਾ। ਇਸ ਦਾ ਮਤਲਬ ਇਹ ਸਮਝਣਾ ਹੈ ਕਿ ਜੇਕਰ ਤੁਸੀਂ ਖੁਦ ਨੂੰ ਰੀਚਾਰਜ ਨਹੀਂ ਕਰੋਗੇ ਤਾਂ ਤੁਸੀਂ ਦੂਜਿਆਂ ਲਈ ਵੀ ਕੁਝ ਬਿਹਤਰ ਨਹੀਂ ਕਰ ਪਾਓਗੇ। ਉਸਨੇ ਉਸੇ ਦਿਨ ਖੁਦ ਲਈ ਇੱਕ ਕਮਿਟਮੈਂਟ ਕੀਤਾ ਕਿ ਉਹ ਆਪਣੀ ਜ਼ਿੰਦਗੀ ਵਿੱਚ ਸੈਲਫ ਕੇਅਰ ਨੂੰ ਕਾਂਸ਼ੀਅਸਲੀ ਪ੍ਰੈਕਟਿਸ ਕਰੇਗਾ। ਅਗਲੇ ਦਿਨ ਸਵੇਰੇ ਮੋਹਿਤ ਨੇ ਅਲਾਰਮ ਵੱਜਣ ਤੇ ਸਨੂਜ਼ ਦਾ ਬਟਨ ਦਬਾਉਣ ਦੀ ਬਜਾਏ ਜਲਦੀ ਉੱਠਣ ਦਾ ਫੈਸਲਾ ਕੀਤਾ। ਉਸਨੇ ਆਪਣੇ ਦਿਨ ਦੀ ਸ਼ੁਰੂਆਤ ਇੱਕ ਕੱਪ ਗ੍ਰੀਨ ਟੀ ਅਤੇ ਕੁਝ ਸਟ੍ਰੈਚਿੰਗ ਨਾਲ ਕੀਤੀ। ਪਹਿਲਾਂ ਉਹ ਉੱਠਦੇ ਹੀ ਫੋਨ ਚੈੱਕ ਕਰਦਾ ਸੀ ਅਤੇ ਆਫਿਸ ਦੇ ਈਮੇਲ ਵਿੱਚ ਡੂਬ ਜਾਂਦਾ ਸੀ, ਪਰ ਇਸ ਵਾਰ ਉਸਨੇ ਖੁਦ ਨੂੰ ਕੁਝ ਪੌਜ਼ ਦਿੱਤੀ। ਉਸਨੇ ਸੋਚਿਆ, ਸੈਲਫ ਕੇਅਰ ਸ਼ਾਇਦ ਅਜਿਹੇ ਛੋਟੇ-ਛੋਟੇ ਸਟੈਪਸ ਤੋਂ ਸ਼ੁਰੂ ਹੁੰਦਾ ਹੈ। ਆਫਿਸ ਵਿੱਚ ਉਸ ਦਿਨ ਕਾਫੀ ਕੰਮ ਸੀ, ਡੈਡਲਾਈਨਸ ਕਾਫੀ ਟਾਈਟ ਸਨ ਅਤੇ ਦਬਾਅ ਵੀ ਜ਼ਿਆਦਾ ਸੀ। ਪਹਿਲਾਂ ਮੋਹਿਤ ਬਿਨਾਂ ਰੁਕੇ ਕੰਮ ਕਰਦਾ ਰਹਿੰਦਾ ਸੀ, ਪਰ ਇਸ ਵਾਰ ਉਸਨੇ ਹਰ 2 ਘੰਟੇ ਵਿੱਚ 10 ਮਿੰਟ ਦਾ ਬ੍ਰੇਕ ਲੈਣ ਦਾ ਫੈਸਲਾ ਕੀਤਾ। ਉਸਨੇ ਆਪਣੀ ਵਾਟਰ ਬੋਤਲ ਰਿਫਿਲ ਕੀਤੀ, ਕੁਝ ਵਾਕ ਕੀਤਾ ਅਤੇ ਕੁਝ ਗਹਿਰੀ ਸਾਂਸਾਂ ਲੈ ਲਈਆਂ। ਸ਼ਾਮ ਨੂੰ ਜਦੋਂ ਆਫਿਸ ਦਾ ਕੰਮ ਖਤਮ ਹੋਇਆ ਤਾਂ ਇੱਕ ਕਾਲੀਗ ਨੇ ਉਸ ਨੂੰ ਬੀਅਰ ਲਈ ਜੁਆਇਨ ਕਰਨ ਨੂੰ ਕਿਹਾ। ਮੋਹਿਤ ਨੇ ਪਹਿਲਾਂ ਹਮੇਸ਼ਾ ਅਜਿਹੇ ਆਫਰਸ ਕਬੂਲ ਕੀਤੇ ਸਨ, ਚਾਹੇ ਉਸਦਾ ਮਨ ਹੋਵੇ ਜਾਂ ਨਾ ਹੋਵੇ, ਪਰ ਇਸ ਵਾਰ ਉਸਨੇ ਪੋਲਾਈਟ ਮਨਾ ਕਰ ਦਿੱਤਾ। ਉਸਨੇ ਸੋਚਿਆ ਕਿ ਸ਼ਾਇਦ ਅੱਜ ਰਾਤ ਕੁਝ ਰਿਲੈਕਸ ਕਰਨਾ ਚਾਹੀਦਾ ਹੈ, ਆਪਣੇ ਲਈ ਕੁਝ ਸਮਾਂ ਨਿਕਾਲਣਾ ਚਾਹੀਦਾ ਹੈ। ਘਰ ਲੌਟ ਕੇ ਮੋਹਿਤ ਨੇ ਆਪਣੇ ਫੇਵਰਿਟ ਬੁੱਕ ਨੂੰ ਪੜ੍ਹਨਾ ਸ਼ੁਰੂ ਕੀਤਾ। ਉਸਨੇ ਮਹਿਸੂਸ ਕੀਤਾ ਕਿ ਇਹ ਬਹੁਤ ਪੀਸਫੁਲ ਲੱਗਾ। ਉਸਨੇ ਪਹਿਲਾਂ ਕਦੇ ਨਹੀਂ ਸੋਚਿਆ ਸੀ ਕਿ ਸਿਰਫ ਖੁਦ ਦੇ ਨਾਲ ਸਮਾਂ ਬਿਤਾਉਣਾ ਵੀ ਸੈਲਫ ਕੇਅਰ ਹੋ ਸਕਦਾ ਹੈ। ਅਗਲੇ ਕੁਝ ਦਿਨਾਂ ਤੱਕ ਉਸਨੇ ਆਪਣੇ ਰੂਟੀਨ ਵਿੱਚ ਛੋਟੇ-ਛੋਟੇ ਬਦਲਾਅ ਕਰਨਾ ਸ਼ੁਰੂ ਕੀਤਾ, ਜਿਵੇਂ ਸਵੇਰੇ ਜਲਦੀ ਉੱਠਣ ਅਤੇ ਰਾਤ ਨੂੰ ਜਲਦੀ ਸੌਣ ਦੀ ਆਦਤ ਬਣਾਈ, ਆਪਣੀ ਡਾਈਟ ਨੂੰ ਇੰਪਰੂਵ ਕੀਤਾ ਅਤੇ ਹਰ ਰੋਜ਼ 15 ਮਿੰਟ ਐਕਸਰਸਾਈਜ਼ ਕਰਨੀ ਸ਼ੁਰੂ ਕੀਤੀ।
ਪਹਿਲਾਂ ਇਹ ਸਭ ਉਸ ਨੂੰ ਬੋਰਿੰਗ ਲੱਗਦਾ ਸੀ, ਪਰ ਹੁਣ ਉਸ ਨੂੰ ਸਮਝ ਆ ਰਿਹਾ ਸੀ ਕਿ ਸੈਲਫ ਕੇਅਰ ਦਾ ਮਤਲਬ ਸਿਰਫ ਆਪਣੀ ਫਿਜ਼ੀਕਲ ਨੀਡਸ ਨੂੰ ਬੈਲੈਂਸ ਕਰਨਾ ਨਹੀਂ ਹੈ, ਬਲਕਿ ਆਪਣੇ ਮੈਂਟਲ ਸਪੇਸ ਨੂੰ ਵੀ ਡੀਕਲਟਰ ਕਰਨਾ ਹੈ। ਇੱਕ ਦਿਨ ਅੰਸ਼ਿਕਾ ਨੇ ਉਸ ਨੂੰ ਪੁੱਛਿਆ, ਤੂੰ ਇੰਨਾ ਫਰੈਸ਼ ਅਤੇ ਰਿਲੈਕਸ ਕਿਵੇਂ ਲੱਗ ਰਿਹਾ ਹੈ? ਆਫਿਸ ਵਿੱਚ ਸਭ ਇੰਨਾ ਸਟ੍ਰੈਸਡ ਰਹਿੰਦੇ ਨੇ ਅਤੇ ਤੂੰ ਐਵੇਂ ਬਿਹੇਵ ਕਰ ਰਿਹਾ ਹੈ ਜਿਵੇਂ ਸਭ ਕੁਝ ਸਾਰਟਡ ਹੈ। ਮੋਹਿਤ ਨੇ ਮੁਸਕਰਾ ਕੇ ਕਿਹਾ, ਮੈਂ ਸਿਰਫ ਆਪਣੀ ਪ੍ਰਾਇੋਰਿਟੀ ਬਦਲ ਲਈ ਹੈ। ਹੁਣ ਮੈਂ ਆਪਣੇ ਉੱਪਰ ਕੰਮ ਕਰ ਰਿਹਾ ਹਾਂ, ਸੈਲਫ ਕੇਅਰ ਸ਼ੁਰੂ ਕੀਤਾ ਹੈ। ਪਹਿਲਾਂ ਮੈਨੂੰ ਲੱਗਦਾ ਸੀ ਕਿ ਇਹ ਸਭ ਵੇਸਟ ਆਫ ਟਾਈਮ ਹੈ, ਪਰ ਹੁਣ ਸਮਝ ਆ ਰਿਹਾ ਹੈ ਕਿ ਜੇ ਮੈਂ ਖੁਦ ਦਾ ਖਿਆਲ ਨਹੀਂ ਰੱਖਾਂਗਾ ਤਾਂ ਦੂਜਿਆਂ ਲਈ ਵੀ ਕੁਝ ਨਹੀਂ ਕਰ ਪਾਂਗਾ। ਅੰਸ਼ਿਕਾ ਨੇ ਮਜ਼ਾਕ ਵਿੱਚ ਕਿਹਾ, ਬੜਾ ਫਿਲੋਸੋਫਰ ਬਣ ਗਿਆ ਹੈ ਤੂੰ, ਪਰ ਸੀਰੀਅਸਲੀ ਮੈਨੂੰ ਲੱਗਦਾ ਹੈ ਕਿ ਮੈਂ ਵੀ ਟਰਾਈ ਕਰਾਂਗੀ। ਮੋਹਿਤ ਨੇ ਉਸ ਨੂੰ ਇਨਕਰੇਜ ਕੀਤਾ, ਸਟਾਰਟ ਸਮਾਲ। ਸੈਲਫ ਕੇਅਰ ਦਾ ਮਤਲਬ ਗ੍ਰੈਂਡ ਜੈਸਚਰ ਨਹੀਂ ਹੈ, ਇਹ ਸਿਰਫ ਖੁਦ ਨੂੰ ਕੁਝ ਪ੍ਰਾਇੋਰਿਟੀ ਦੇਣ ਦੀ ਗੱਲ ਹੈ। ਇੱਕ ਹੋਰ ਵੱਡਾ ਮੋਮੈਂਟ ਮੋਹਿਤ ਦੀ ਸੈਲਫ ਕੇਅਰ ਜਰਨੀ ਵਿੱਚ ਤਦ ਆਇਆ ਜਦੋਂ ਉਸਨੇ ਆਪਣੀਆਂ ਇਮੋਸ਼ਨਸ ਨੂੰ ਹੈਂਡਲ ਕਰਨਾ ਸਿੱਖਿਆ। ਪਹਿਲਾਂ ਜਦੋਂ ਵੀ ਉਹ ਸਟ੍ਰੈਸ ਜਾਂ ਐਂਜ਼ਾਇਟੀ ਵਿੱਚ ਹੁੰਦਾ ਤਾਂ ਉਹ ਉਸ ਨੂੰ ਇਗਨੋਰ ਕਰ ਦਿੰਦਾ ਅਤੇ ਕੰਮ ਵਿੱਚ ਡਿਸਟਰੈਕਟ ਹੋ ਜਾਂਦਾ, ਪਰ ਹੁਣ ਉਸਨੇ ਸਿੱਖਿਆ ਕਿ ਸੈਲਫ ਕੇਅਰ ਦਾ ਮਤਲਬ ਆਪਣੀਆਂ ਫੀਲਿੰਗਸ ਨੂੰ ਵੀ ਸਮਝਣਾ ਹੈ। ਇੱਕ ਦਿਨ ਆਫਿਸ ਵਿੱਚ ਉਸਦੇ ਬਾਸ ਨੇ ਇੱਕ ਪ੍ਰੋਜੈਕਟ ਨੂੰ ਲੈ ਕੇ ਬਹੁਤ ਕ੍ਰਿਟੀਕਲ ਹੋ ਗਿਆ। ਮੋਹਿਤ ਨੂੰ ਬੁਰਾ ਲੱਗਾ, ਪਰ ਉਸਨੇ ਖੁਦ ਨੂੰ ਰਿਐਕਟ ਕਰਨ ਤੋਂ ਰੋਕ ਲਿਆ। ਉਸਨੇ ਲੰਚ ਬ੍ਰੇਕ ਵਿੱਚ ਖੁਦ ਲਈ ਕੁਝ ਸਮਾਂ ਮੈਡੀਟੇਟ ਕਰਨ ਦਾ ਸਮਾਂ ਨਿਕਾਲਿਆ ਅਤੇ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਉਸ ਨੂੰ ਕੁਝ ਕਾਇਨਡ ਦੇਣ ਦੀ ਲੋੜ ਹੈ। ਉਸਨੇ ਆਪਣੀ ਨੋਟਬੁੱਕ ਵਿੱਚ ਲਿਖਿਆ, ਸੈਲਫ ਕੇਅਰ ਦਾ ਮਤਲਬ ਸਿਰਫ ਬਾਹਰ ਤੋਂ ਚੰਗਾ ਦਿਖਣਾ ਨਹੀਂ ਹੈ, ਇਸ ਦਾ ਮਤਲਬ ਆਪਣੇ ਅੰਦਰ ਦੇ ਕਨਫਲਿਕਟਸ ਅਤੇ ਇਨਸਿਕਿਉਰਿਟੀਜ਼ ਨੂੰ ਵੀ ਹੀਲ ਕਰਨਾ ਹੈ। ਮੋਹਿਤ ਨੇ ਧੀਰੇ-ਧੀਰੇ ਆਪਣੇ ਵੈਂਡਸ ਨੂੰ ਵੀ ਆਰਗੇਨਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਉਹ ਪੂਰਾ ਵੈਂਡ ਸਿਰਫ ਸੌਣ ਜਾਂ ਰੈਂਡਮ ਮੂਵੀਜ਼ ਦੇਖਣ ਵਿੱਚ ਬਰਬਾਦ ਕਰ ਦਿੰਦਾ ਸੀ, ਪਰ ਹੁਣ ਉਸਨੇ ਸੋਚਿਆ ਕਿ ਵੈਂਡ ਵੀ ਸੈਲਫ ਕੇਅਰ ਦਾ ਹਿੱਸਾ ਹੋ ਸਕਦਾ ਹੈ। ਉਸਨੇ ਆਪਣੀਆਂ ਹੌਬੀਆਂ ਵਿੱਚ ਸਮਾਂ ਦੇਣਾ ਸ਼ੁਰੂ ਕੀਤਾ। ਉਸ ਨੂੰ ਪੇਂਟਿੰਗ ਦਾ ਸ਼ੌਕ ਸੀ, ਜਿਸ ਨੂੰ ਉਸਨੇ ਸਕੂਲ ਤੋਂ ਬਾਅਦ ਛੱਡ ਦਿੱਤਾ ਸੀ। ਉਸਨੇ ਆਰਟ ਸਪਲਾਈਜ਼ ਖਰੀਦੀਆਂ ਅਤੇ ਖਾਲੀ ਸਮੇਂ ਵਿੱਚ ਪੇਂਟਿੰਗ ਕਰਨ ਲੱਗਾ। ਇਹ ਉਸ ਨੂੰ ਥੈਰੇਪੀ ਜਿਵੇਂ ਲੱਗਾ। ਇੱਕ ਹੋਰ ਗੱਲ ਉਸਨੇ ਸਿੱਖੀ, ਨੋ ਕਹਿਣਾ ਸੈਲਫ ਕੇਅਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇੱਕ ਵੈਂਡ ਉਸਦੀ ਕਜ਼ਿਨ ਦਾ ਬਰਥਡੇ ਸੀ ਅਤੇ ਪੂਰੀ ਫੈਮਿਲੀ ਨੇ ਉਸ ਨੂੰ ਇਨਵਾਈਟ ਕੀਤਾ ਸੀ। ਮੋਹਿਤ ਨੂੰ ਪਤਾ ਸੀ ਕਿ ਉੱਥੇ ਜਾਣਾ ਸੋਸ਼ਲੀ ਐਗਜ਼ਾਸਟਿੰਗ ਹੋ ਸਕਦਾ ਹੈ। ਉਸਨੇ ਪੋਲਾਈਟ ਮਨਾ ਕਰ ਦਿੱਤਾ ਅਤੇ ਉਸ ਸਮੇਂ ਨੂੰ ਆਪਣੀ ਰੈਸਟ ਅਤੇ ਹੌਬੀਆਂ ਲਈ ਵਰਤਿਆ। ਪਹਿਲਾਂ ਉਸ ਨੂੰ ਲੱਗਦਾ ਸੀ ਕਿ ਐਸਾ ਕਰਨ ਨਾਲ ਲੋਕ ਉਸ ਨੂੰ ਸੈਲਫਿਸ਼ ਸਮਝਣਗੇ, ਪਰ ਹੁਣ ਉਸ ਨੂੰ ਸਮਝ ਆ ਗਿਆ ਕਿ ਜਦੋਂ ਉਹ ਰਿਚਾਰਜ ਹੋਵੇਗਾ ਤਾਂ ਹੀ ਉਹ ਆਪਣੇ ਰਿਲੇਸ਼ਨਸ਼ਿਪਸ ਨੂੰ ਬਿਹਤਰ ਤਰੀਕੇ ਨਾਲ ਹੈਂਡਲ ਕਰ ਪਾਏਗਾ। ਅਗਲੀ ਵਾਰੀ ਜਦੋਂ ਉਸਦੀ ਮਾਂ ਨੇ ਉਸ ਨੂੰ ਕਾਲ ਕੀਤੀ ਤਾਂ ਉਸਨੇ ਕੈਜ਼ੂਅਲੀ ਪੁੱਛਿਆ, ਤੂੰ ਅੱਜਕੱਲ ਕੁਝ ਬਦਲਾ ਜਾ ਲੱਗ ਰਿਹਾ ਹੈ, ਸਭ ਠੀਕ ਹੈ ਨਾ? ਮੋਹਿਤ ਨੇ ਕਿਹਾ, ਹਾਂ ਮਾਂ, ਬਸ ਖੁਦ ਤੇ ਕੁਝ ਕੰਮ ਕਰ ਰਿਹਾ ਹਾਂ। ਪਹਿਲਾਂ ਮੈਂ ਸਭ ਦੇ ਲਈ ਅਵੇਲੇਬਲ ਰਹਿੰਦਾ ਸੀ, ਪਰ ਖੁਦ ਲਈ ਨਹੀਂ। ਹੁਣ ਮੈਨੂੰ ਖੁਦ ਨੂੰ ਕੁਝ ਪ੍ਰਾਇੋਰਿਟੀ ਦੇਣਾ ਸਿੱਖਿਆ ਹੈ। ਉਸਦੀ ਮਾਂ ਨੇ ਅਪਰੂਵਲ ਵਿੱਚ ਸਿਰ ਹਿਲਾਇਆ, ਇਹ ਚੰਗੀ ਗੱਲ ਹੈ। ਜਦੋਂ ਤੱਕ ਤੂੰ ਖੁਸ਼ ਰਹੇਗਾ, ਸਭ ਠੀਕ ਰਹੇਗਾ। ਮੋਹਿਤ ਨੇ ਹੁਣ ਕਿਤਾਬ ਦਾ ਅਗਲਾ ਚੈਪਟਰ ਖੋਲ੍ਹਣ ਦਾ ਸੋਚਿਆ। ਉਸਨੇ ਖੁਦ ਤੋਂ ਵਾਅਦਾ ਕੀਤਾ ਕਿ ਸੈਲਫ ਕੇਅਰ ਸਿਰਫ ਇੱਕ ਟੈਂਪੋਰੀ ਫੇਜ਼ ਨਹੀਂ ਹੋਵੇਗਾ, ਇਹ ਉਸਦੀ ਜ਼ਿੰਦਗੀ ਦਾ ਹਿੱਸਾ ਬਣੇਗਾ। ਉਸਨੇ ਮਹਿਸੂਸ ਕੀਤਾ ਕਿ ਸੈਲਫ ਲਵ ਅਤੇ ਸੈਲਫ ਕੇਅਰ ਹੀ ਉਹ ਫਾਊਂਡੇਸ਼ਨ ਹਨ ਜੋ ਉਸ ਨੂੰ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਵਿੱਚ ਮਦਦ ਕਰਨਗੇ। ਹੁਣ ਉਸਦੀ ਜਰਨੀ ਹੋਰ ਵੀ ਐਕਸਾਈਟਿੰਗ ਹੋ ਗਈ ਸੀ। ਉਸਨੇ ਖੁਦ ਨੂੰ ਸਟਰੋਂਗ ਅਤੇ ਹੈਪੀ ਮਹਿਸੂਸ ਕੀਤਾ। ਉਹ ਜਾਣਦਾ ਸੀ ਕਿ ਅਜੇ ਹੋਰ ਵੀ ਲੈਸਨ ਆਉਣੇ ਬਾਕੀ ਹਨ ਅਤੇ ਉਹ ਹਰ ਕਦਮ ਤੇ ਖੁਦ ਨੂੰ ਐਕਸਪਲੋਰ ਕਰਨ ਲਈ ਤਿਆਰ ਸੀ। ਮੋਹਿਤ ਦੀ ਜ਼ਿੰਦਗੀ ਵਿੱਚ ਧੀਰੇ-ਧੀਰੇ ਇੱਕ ਸਕੂਨ ਅਤੇ ਕਲੈਰਿਟੀ ਆ ਰਹੀ ਸੀ। ਸੈਲਫ ਅਵੇਅਰਨੈਸ, ਬਾਉਂਡਰੀਜ਼ ਅਤੇ ਸੈਲਫ ਕੇਅਰ ਜਿਹੇ ਲੈਸਨਸ ਨੇ ਉਸ ਨੂੰ ਅੰਦਰੋਂ ਮਜ਼ਬੂਤ ਬਣਾ ਦਿੱਤਾ ਸੀ। ਉਹ ਹੁਣ ਆਪਣੀ ਜ਼ਿੰਦਗੀ ਨੂੰ ਖੁਦ ਦੇ ਟਰਮਜ਼ ਤੇ ਜੀਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਰ ਛੋਟੀ ਜਿੱਤ ਉਸ ਨੂੰ ਇਹ ਅਹਿਸਾਸ ਦਿਲਾ ਰਹੀ ਸੀ ਕਿ ਉਸ ਦਾ ਫੈਸਲਾ ਸਹੀ ਸੀ। ਹੁਣ ਉਸਨੇ ਕਿਤਾਬ ਦਾ ਅਗਲਾ ਚੈਪਟਰ ਖੋਲ੍ਹਿਆ, ਜਿਸ ਵਿੱਚ ਲਿਖਿਆ ਸੀ, ਆਥੈਂਟਿਕ ਡਿਸੀਜ਼ਨ ਮੇਕਿੰਗ। ਮੈਨੂੰ ਆਪਣੀਆਂ ਸੱਚੀਆਂ ਡਿਜ਼ਾਇਰਸ ਤੇ ਆਧਾਰਿਤ ਫੈਸਲੇ ਕਰਨੇ ਚਾਹੀਦੇ ਹਨ, ਨਾ ਕਿ ਸਮਾਜਕ ਅਤੇ ਦੂਜਿਆਂ ਦੀਆਂ ਉਮੀਦਾਂ ਦੇ ਆਧਾਰ ਤੇ, ਜਿਸ ਨਾਲ ਇੱਕ ਹੋਰ ਭਰਪੂਰ ਅਤੇ ਮਤਲਬਪੂਰਕ ਜ਼ਿੰਦਗੀ ਬਣਦੀ ਹੈ। ਮੋਹਿਤ ਨੇ ਇਹ ਲਾਈਨ ਪੜ੍ਹੀ ਅਤੇ ਕੁਝ ਰੁਕ ਗਿਆ। ਉਸ ਨੂੰ ਯਾਦ ਆਇਆ ਕਿ ਕਿਵੇਂ ਉਸਦੀ ਜ਼ਿੰਦਗੀ ਦੇ ਜ਼ਿਆਦਾਤਰ ਵੱਡੇ ਫੈਸਲੇ ਉਸਨੇ ਆਪਣੇ ਖੁਸ਼ੀ ਨਾਲੋਂ ਵੱਧ ਸਮਾਜ ਅਤੇ ਦੂਜਿਆਂ ਦੀਆਂ ਉਮੀਦਾਂ ਦੇ ਅਨੁਸਾਰ ਕੀਤੇ ਸਨ। ਕਾਲਜ ਦਾ ਸਬਜੈਕਟ ਚੁਣਨ ਤੋਂ ਲੈ ਕੇ ਆਪਣੀ ਨੌਕਰੀ ਤੱਕ, ਹਰ ਵਾਰ ਉਸਨੇ ਉਹੀ ਕੀਤਾ ਜੋ ਉਸਨੂੰ ਸਹੀ ਲੱਗਦਾ ਸੀ, ਨਾ ਕਿ ਜੋ ਉਸਨੂੰ ਸੱਚਮੁੱਚ ਖੁਸ਼ ਕਰਦਾ ਸੀ। ਮੋਹਿਤ ਨੇ ਖੁਦ ਤੋਂ ਇੱਕ ਸਵਾਲ ਪੁੱਛਿਆ, ਜੇ ਮੈਂ ਸੱਚਮੁੱਚ ਆਪਣੀਆਂ ਡਿਜ਼ਾਇਰਸ ਦੇ ਅਨੁਸਾਰ ਫੈਸਲੇ ਲੈਂਦਾ ਤਾਂ ਕੀ ਮੇਰੀ ਜ਼ਿੰਦਗੀ ਐਸੀ ਹੀ ਹੁੰਦੀ? ਉਸਨੇ ਆਪਣੀ ਨੋਟਬੁੱਕ ਕੱਢੀ ਅਤੇ ਲਿਖਿਆ, ਮੈਂ ਕਦੋਂ ਆਪਣੀਆਂ ਡਿਜ਼ਾਇਰਸ ਦੇ ਆਧਾਰ ਤੇ ਕੋਈ ਵੱਡਾ ਫੈਸਲਾ ਲਿਆ? ਕੀ ਮੈਂ ਕਦੇ ਆਥੈਂਟਿਕਲੀ ਜੀਆ ਹੈ? ਉਸ ਰਾਤ ਉਹ ਆਪਣੀਆਂ ਪੁਰਾਣੀਆਂ ਯਾਦਾਂ ਵਿੱਚ ਡੁੱਬ ਗਿਆ।
ਉਸ ਨੂੰ ਯਾਦ ਆਇਆ ਕਿ ਸਕੂਲ ਦੇ ਦਿਨਾਂ ਵਿੱਚ ਉਹ ਹਮੇਸ਼ਾ ਰਾਈਟਰ ਬਣਨਾ ਚਾਹੁੰਦਾ ਸੀ। ਉਸ ਨੂੰ ਕਹਾਣੀਆਂ ਲਿਖਣ ਅਤੇ ਕੈਰੈਕਟਰ ਬਣਾਉਣ ਦਾ ਬਹੁਤ ਸ਼ੌਂਕ ਸੀ। ਪਰ ਜਦੋਂ ਉਸਨੇ ਆਪਣੇ ਮਾਪਿਆਂ ਨੂੰ ਇਹ ਦੱਸਿਆ ਤਾਂ ਉਹਨਾਂ ਨੇ ਪ੍ਰੈਕਟੀਕਲ ਸਲਾਹ ਦਿੱਤੀ, ਰਾਈਟਿੰਗ ਠੀਕ ਹੈ ਪਰ ਇਹ ਕਰੀਅਰ ਨਹੀਂ ਹੋ ਸਕਦਾ। ਰੀਅਲ ਜੌਬ ਚੁਣੋ ਜੋ ਸਟੇਬਲ ਹੋ। ਅਤੇ ਮੋਹਿਤ ਨੇ ਉਹਨਾਂ ਦੀ ਗੱਲ ਮੰਨ ਲਈ। ਉਸਨੇ ਕਾਮਰਸ ਸਟਰੀਮ ਚੁਣੀ ਅਤੇ ਬਾਅਦ ਵਿੱਚ MBA ਕੀਤਾ। ਅੱਜ ਉਹ ਇੱਕ ਅੱਛੀ ਕੰਪਨੀ ਵਿੱਚ ਕੰਮ ਕਰ ਰਿਹਾ ਸੀ, ਪਰ ਅੰਦਰੋਂ ਉਹ ਕਦੇ ਵੀ ਫੁੱਲਫਿਲਡ ਮਹਿਸੂਸ ਨਹੀਂ ਕਰਦਾ ਸੀ। ਉਸਨੇ ਕਿਤਾਬ ਦੇ ਚੈਪਟਰ ਨੂੰ ਹੋਰ ਗਹਿਰਾਈ ਨਾਲ ਪੜ੍ਹਿਆ, ਜਿਸ ਵਿੱਚ ਲਿਖਿਆ ਸੀ ਕਿ ਆਥੈਂਟਿਕ ਫੈਸਲੇ ਲੈਣ ਦਾ ਮਤਲਬ ਹੈ ਆਪਣੇ ਦਿਲ ਦੀ ਸੁਣਨਾ ਅਤੇ ਇਹ ਸਮਝਣਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਿਉਂ ਲੈ ਰਹੇ ਹੋ, ਕਿ ਇਹ ਤੁਹਾਡੇ ਲਈ ਹਨ ਜਾਂ ਸਿਰਫ ਦੂਜਿਆਂ ਨੂੰ ਖੁਸ਼ ਕਰਨ ਲਈ। ਅਗਲੇ ਦਿਨ ਦਫ਼ਤਰ ਵਿੱਚ ਮੋਹਿਤ ਦੇ ਬੌਸ ਨੇ ਉਸ ਨੂੰ ਬੁਲਾਇਆ। ਕੰਪਨੀ ਵਿੱਚ ਇੱਕ ਨਵਾਂ ਰੋਲ ਖੁੱਲ੍ਹਿਆ ਸੀ, ਜਿਸ ਵਿੱਚ ਵੱਧ ਜ਼ਿੰਮੇਵਾਰੀ ਅਤੇ ਕੁਝ ਉੱਚੀ ਤਨਖਾਹ ਸੀ। ਬੌਸ ਨੇ ਮੋਹਿਤ ਨੂੰ ਕਿਹਾ, ਤੁਹਾਡੇ ਸਕਿੱਲਸ ਇਸ ਰੋਲ ਲਈ ਪਰਫੈਕਟ ਹਨ, ਕੀ ਤੁਸੀਂ ਅਪਲਾਈ ਕਰਨਾ ਚਾਹੋਗੇ? ਪਹਿਲਾਂ ਮੋਹਿਤ ਬਿਨਾਂ ਸੋਚੇ ਸਮਝੇ ਹਾਂ ਕਹਿ ਦਿੰਦਾ, ਪਰ ਇਸ ਵਾਰ ਉਸਨੇ ਰੁਕ ਕੇ ਸੋਚਿਆ। ਉਸਨੇ ਖੁਦ ਤੋਂ ਪੁੱਛਿਆ ਕਿ ਮੈਂ ਇਹ ਰੋਲ ਸੱਚਮੁੱਚ ਚਾਹੁੰਦਾ ਹਾਂ ਜਾਂ ਮੈਂ ਇਹ ਸਿਰਫ ਇਸ ਲਈ ਸਵੀਕਾਰ ਕਰਾਂਗਾ ਕਿਉਂਕਿ ਇਹ ਲਾਜਿਕਲੀ ਚੰਗਾ ਲੱਗਦਾ ਹੈ। ਉਸਨੇ ਮਹਿਸੂਸ ਕੀਤਾ ਕਿ ਉਸਨੂੰ ਇਹ ਰੋਲ ਨਹੀਂ ਚਾਹੀਦਾ। ਉਸਨੂੰ ਆਪਣੀ ਮੌਜੂਦਾ ਜੌਬ ਵੀ ਜ਼ਿਆਦਾ ਐਕਸਾਈਟਿੰਗ ਨਹੀਂ ਲੱਗ ਰਹੀ ਸੀ। ਉਹ ਆਪਣੀ ਕ੍ਰੀਏਟਿਵ ਸਾਈਡ ਨੂੰ ਐਕਸਪਲੋਰ ਕਰਨਾ ਚਾਹੁੰਦਾ ਸੀ, ਰਾਈਟਿੰਗ ਨੂੰ ਫਿਰ ਤੋਂ ਅਪਣਾਉਣਾ ਚਾਹੁੰਦਾ ਸੀ। ਮੋਹਿਤ ਨੇ ਪੋਲੀਟ ਮਨਾ ਕਰ ਦਿੱਤਾ ਅਤੇ ਕਿਹਾ, ਮੈਨੂੰ ਲੱਗਦਾ ਹੈ ਕਿ ਮੈਂ ਫਿਲਹਾਲ ਆਪਣੇ ਕਰੰਟ ਰੋਲ ਵਿੱਚ ਹੀ ਬਿਹਤਰ ਪਰਫਾਰਮ ਕਰ ਸਕਦਾ ਹਾਂ। ਬੌਸ ਕੁਝ ਹੈਰਾਨ ਹੋਏ, ਪਰ ਉਹਨਾਂ ਨੇ ਉਸਦੀ ਆਨੈਸਟੀ ਦੀ ਸਰਾਹਨਾ ਕੀਤੀ। ਮੋਹਿਤ ਨੂੰ ਇਹ ਛੋਟਾ ਫੈਸਲਾ ਬਹੁਤ ਵੱਡਾ ਲੱਗਾ। ਉਸਨੇ ਪਹਿਲੀ ਵਾਰੀ ਖੁਦ ਨੂੰ ਸੋਸਾਇਟਲ ਨਾਰਮਸ ਦੇ ਦਬਾਅ ਤੋਂ ਆਜ਼ਾਦ ਕੀਤਾ। ਸ਼ਾਮ ਨੂੰ ਮੋਹਿਤ ਨੇ ਫਿਰ ਆਪਣੀ ਨੋਟਬੁੱਕ ਖੋਲੀ। ਉਸਨੇ ਲਿਖਿਆ, ਅੱਜ ਮੈਨੂੰ ਇੱਕ ਫੈਸਲਾ ਲਿਆ ਜੋ ਸਿਰਫ ਮੇਰੇ ਲਈ ਸੀ। ਇਹ ਆਸਾਨ ਨਹੀਂ ਸੀ, ਪਰ ਮੈਂ ਖੁਦ ਦੀਆਂ ਇੱਛਾਵਾਂ ਨੂੰ ਪ੍ਰਾਥਮਿਕਤਾ ਦਿੱਤੀ। ਹੁਣ ਮੋਹਿਤ ਨੇ ਆਪਣੀ ਰਾਈਟਿੰਗ ਨੂੰ ਸੀਰੀਅਸਲੀ ਲੈਣ ਦਾ ਫੈਸਲਾ ਕੀਤਾ। ਉਸਨੇ ਹਰ ਸਵੇਰੇ ਜਲਦੀ ਉੱਠ ਕੇ ਅੱਧੇ ਘੰਟੇ ਲਈ ਲਿਖਣ ਦੀ ਆਦਤ ਸ਼ੁਰੂ ਕੀਤੀ। ਸ਼ੁਰੂ ਵਿੱਚ ਉਸਨੂੰ ਅਜੀਬ ਲੱਗਾ, ਪਰ ਧੀਰੇ-ਧੀਰੇ ਉਸਨੇ ਮਹਿਸੂਸ ਕੀਤਾ ਕਿ ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਸੈਟਿਸਫਾਈਂਗ ਹਿੱਸਾ ਬਣ ਗਿਆ ਹੈ। ਇੱਕ ਦਿਨ ਅੰਸ਼ਿਕਾ ਉਸਨੇ ਮਿਲਣ ਆਈ। ਉਸਨੇ ਪੁੱਛਿਆ, ਤੂੰ ਸਵੇਰੇ-ਸਵੇਰੇ ਉੱਠ ਕੇ ਕੀ ਕਰਦਾ ਹੈ? ਮੋਹਿਤ ਨੇ ਉਸਨੂੰ ਦੱਸਿਆ, ਮੈਂ ਰਾਈਟਿੰਗ ਸ਼ੁਰੂ ਕੀਤੀ ਹੈ। ਬਚਪਨ ਤੋਂ ਇਹ ਕਰਨ ਦੀ ਇੱਛਾ ਸੀ, ਪਰ ਕਦੇ ਸੀਰੀਅਸਲੀ ਨਹੀਂ ਲਿਆ। ਹੁਣ ਲੱਗਾ ਕਿ ਜੇ ਮੈਂ ਆਥੈਂਟਿਕ ਫੈਸਲੇ ਨਹੀਂ ਲਵਾਂਗਾ ਤਾਂ ਜ਼ਿੰਦਗੀ ਸਿਰਫ ਦੂਜਿਆਂ ਲਈ ਜਿਉਂਦਾ ਰਹਾਂਗਾ। ਅੰਸ਼ਿਕਾ ਨੇ ਕਿਹਾ, ਯਾਰ ਤੂੰ ਸੱਚ ਵਿੱਚ ਇਨਸਪਾਇਰਿੰਗ ਬਣਦਾ ਜਾ ਰਿਹਾ ਹੈ। ਮੈਂ ਵੀ ਬਹੁਤ ਵਾਰ ਉਹੀ ਕਰਦੀ ਹਾਂ ਜੋ ਲੋਕ ਐਕਸਪੈਕਟ ਕਰਦੇ ਹਨ, ਨਾ ਕਿ ਜੋ ਮੈਂ ਚਾਹੁੰਦੀ ਹਾਂ। ਸ਼ਾਇਦ ਮੈਨੂੰ ਵੀ ਆਪਣੀਆਂ ਚੋਇਸਿਸ ਨੂੰ ਰਿਵੈਲੂਏਟ ਕਰਨਾ ਚਾਹੀਦਾ ਹੈ। ਮੋਹਿਤ ਨੇ ਕਿਹਾ, ਬਸ ਇੱਕ ਵਾਰੀ ਆਪਣੇ ਫੈਸਲਿਆਂ ਦੀ ਜੜ ਤੱਕ ਜਾਓ। ਖੁਦ ਤੋਂ ਪੁੱਛੋ ਕਿ ਤੁਸੀਂ ਉਹ ਕਿਉਂ ਕਰ ਰਹੇ ਹੋ। ਜਵਾਬ ਤੂੰ ਆਪਣੇ ਆਪ ਨੂੰ ਮਿਲ ਜਾਵੇਗਾ। ਧੀਰੇ-ਧੀਰੇ ਮੋਹਿਤ ਨੇ ਆਪਣੇ ਫੈਸਲਿਆਂ ਨੂੰ ਹਰ ਛੋਟੇ ਅਤੇ ਵੱਡੇ ਲੈਵਲ ਤੇ ਇਵੈਲੂਏਟ ਕਰਨਾ ਸ਼ੁਰੂ ਕੀਤਾ। ਇੱਕ ਦਿਨ ਉਸ ਦੀ ਫੈਮਿਲੀ ਨੇ ਉਸ ਨੂੰ ਕਾਲ ਕੀਤਾ। ਉਸ ਦੇ ਪੇਰੈਂਟਸ ਚਾਹੁੰਦੇ ਸਨ ਕਿ ਉਹ ਇੱਕ ਫੈਮਿਲੀ ਗੈਦਰਿੰਗ 'ਚ ਸ਼ਾਮਿਲ ਹੋਵੇ। ਮੋਹਿਤ ਨੂੰ ਪਤਾ ਸੀ ਕਿ ਗੈਦਰਿੰਗ 'ਚ ਜਾਣਾ ਉਸ ਲਈ ਮਾਨਸਿਕ ਤੌਰ ਤੇ ਥਕਾਵਟ ਵਾਲਾ ਹੋ ਸਕਦਾ ਹੈ। ਉਸਨੇ ਆਪਣੇ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਨ ਦੀ ਜਗ੍ਹਾ ਸੱਚ ਬੋਲਣ ਦਾ ਫੈਸਲਾ ਕੀਤਾ। ਮਾਂ, ਮੈਨੂੰ ਪਤਾ ਹੈ ਕਿ ਇਹ ਇਵੈਂਟ ਤੁਹਾਡੇ ਲਈ ਇੰਪੋਰਟੈਂਟ ਹੈ, ਪਰ ਮੈਂ ਸੱਚ ਵਿੱਚ ਕੰਫਰਟੇਬਲ ਮਹਿਸੂਸ ਨਹੀਂ ਕਰ ਰਿਹਾ ਕਿ ਮੈਂ ਇਸ ਨੂੰ ਸਕਿਪ ਕਰ ਸਕਦਾ ਹਾਂ। ਪਹਿਲਾਂ ਤਾਂ ਉਸਦੀ ਮਾਂ ਨਾਰਾਜ਼ ਹੋਈ, ਪਰ ਫਿਰ ਉਸਨੇ ਕਿਹਾ, ਠੀਕ ਹੈ ਬੇਟਾ, ਜੇ ਤੂੰ ਕੰਫਰਟੇਬਲ ਨਹੀਂ ਹੈ ਤਾਂ ਕੋਈ ਗੱਲ ਨਹੀਂ। ਮੋਹਿਤ ਨੇ ਮਹਿਸੂਸ ਕੀਤਾ ਕਿ ਆਪਣੇ ਆਥੈਂਟਿਕ ਡਿਜ਼ਾਇਰਸ ਦੇ ਹਿਸਾਬ ਨਾਲ ਫੈਸਲੇ ਲੈਣਾ ਹਮੇਸ਼ਾ ਆਸਾਨ ਨਹੀਂ ਹੁੰਦਾ। ਕਈ ਵਾਰੀ ਲੋਕ ਉਪਸੈਟ ਹੁੰਦੇ ਹਨ, ਕਈ ਵਾਰੀ ਖੁਦ ਨੂੰ ਗਿਲਟੀ ਮਹਿਸੂਸ ਹੁੰਦਾ ਹੈ, ਪਰ ਧੀਰੇ-ਧੀਰੇ ਇਹ ਪ੍ਰੋਸੈਸ ਆਸਾਨ ਹੋਣ ਲੱਗਦਾ ਹੈ। ਉਸਨੇ ਇੱਕ ਹੋਰ ਵੱਡਾ ਫੈਸਲਾ ਲਿਆ। ਉਸਨੇ ਵੀਕਐਂਡ ਤੇ ਇੱਕ ਲੋਕਲ ਰਾਈਟਿੰਗ ਵਰਕਸ਼ਾਪ ਜੁਆਇਨ ਕਰ ਲਈ। ਉੱਥੇ ਉਸਨੇ ਕਈ ਐਸੇ ਲੋਕਾਂ ਨਾਲ ਮਿਲਿਆ ਜੋ ਉਸ ਦੀ ਤਰ੍ਹਾਂ ਆਪਣੀਆਂ ਪੈਸ਼ਨਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਸਨੇ ਮਹਿਸੂਸ ਕੀਤਾ ਕਿ ਉਸ ਦੀ ਰਾਈਟਿੰਗ ਸਕਿੱਲਸ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਸ ਦੀ ਜ਼ਿੰਦਗੀ ਵਿੱਚ ਨਵੀਂ ਐਕਸਾਈਟਮੈਂਟ ਆ ਗਈ ਹੈ। ਹੁਣ ਮੋਹਿਤ ਦੇ ਫੈਸਲੇ ਉਸ ਦੀ ਹੈਪੀਨੈਸ ਤੇ ਫੋਕਸ ਕਰ ਰਹੇ ਸਨ, ਨਾ ਕਿ ਸੋਸਾਇਟਲ ਐਕਸਪੈਕਟੇਸ਼ਨਸ ਤੇ। ਉਸਨੇ ਸਿੱਖਿਆ ਕਿ ਆਥੈਂਟਿਕ ਡਿਸੀਜਨ ਮੇਕਿੰਗ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇੰਪਲਸਿਵ ਹੋ ਜਾਓ। ਇਸ ਦਾ ਮਤਲਬ ਹੈ ਕਿ ਤੁਸੀਂ ਹਰ ਫੈਸਲੇ ਨੂੰ ਦਿਲ ਅਤੇ ਦਿਮਾਗ ਦੋਵਾਂ ਤੋਂ ਇਵੈਲੂਏਟ ਕਰੋ। ਉਸ ਦੀ ਜਰਨੀ ਅਜੇ ਵੀ ਚੱਲ ਰਹੀ ਸੀ, ਪਰ ਹੁਣ ਉਹ ਹਰ ਸਵੇਰੇ ਐਕਸਾਈਟਮੈਂਟ ਮਹਿਸੂਸ ਕਰਦਾ ਸੀ। ਉਹ ਜਾਣਦਾ ਸੀ ਕਿ ਉਸ ਦੀ ਜ਼ਿੰਦਗੀ ਧੀਰੇ-ਧੀਰੇ ਸਹੀ ਦਿਸ਼ਾ ਵਿੱਚ ਜਾ ਰਹੀ ਹੈ। ਉਸਨੇ ਕਿਤਾਬ ਦਾ ਅਗਲਾ ਚੈਪਟਰ ਖੋਲ੍ਹਣ ਦਾ ਫੈਸਲਾ ਕੀਤਾ। ਉਸ ਨੂੰ ਯਕੀਨ ਸੀ ਕਿ ਹਰ ਸਬਕ ਉਸ ਨੂੰ ਹੋਰ ਕਲੋਜ਼ਰ ਲੈ ਕੇ ਆਵੇਗਾ ਉਸ ਜੀਵਨ ਦੇ ਜੋ ਉਹ ਸੱਚਮੁੱਚ ਜੀਣਾ ਚਾਹੁੰਦਾ ਸੀ। ਮੋਹਿਤ ਹੁਣ ਆਪਣੀ ਜ਼ਿੰਦਗੀ ਦੇ ਹਰ ਪਲੂ ਵਿੱਚ ਬਦਲਾਅ ਮਹਿਸੂਸ ਕਰ ਰਿਹਾ ਸੀ।
ਸੈਲਫ ਅਵੇਅਰਨੈਸ, ਬਾਉਂਡਰੀਜ਼, ਸੈਲਫ ਕੇਅਰ ਅਤੇ ਆਥੈਂਟਿਕ ਡਿਸੀਜਨ ਮੇਕਿੰਗ ਨੇ ਉਸ ਨੂੰ ਨਵੀਂ ਕਲੈਰਿਟੀ ਅਤੇ ਪਰਪਸ ਦਿੱਤੀ ਸੀ, ਪਰ ਉਸ ਦੇ ਅੰਦਰ ਅਜੇ ਵੀ ਕੁਝ ਚੀਜ਼ਾਂ ਸੀ ਜਿਹੀਆਂ ਨੇ ਉਸ ਨੂੰ ਪੂਰੀ ਤਰ੍ਹਾਂ ਫ੍ਰੀ ਹੋਣ ਤੋਂ ਰੋਕਿਆ ਸੀ। ਉਸਨੇ ਆਪਣੀ ਕਿਤਾਬ ਦਾ ਅਗਲਾ ਚੈਪਟਰ ਖੋਲ੍ਹਾ ਅਤੇ ਜਦੋਂ ਮੋਹਿਤ ਨੇ ਇਹ ਪੜ੍ਹਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਇਹ ਸਬਕ ਉਸ ਦੀ ਜ਼ਿੰਦਗੀ ਲਈ ਸਭ ਤੋਂ ਚੈਲੰਜਿੰਗ ਹੋਣ ਵਾਲਾ ਸੀ। ਉਸ ਨੂੰ ਪਤਾ ਸੀ ਕਿ ਉਸ ਦੇ ਅੰਦਰ ਕਈ ਐਸੇ ਹੈਬਿਟਸ ਅਤੇ ਥਾਟ ਪੈਟਰਨਸ ਸਨ ਜੋ ਉਸ ਨੂੰ ਬਾਰ-ਬਾਰ ਪਿੱਛੇ ਖਿੱਚ ਰਹੇ ਸਨ। ਉਸਨੇ ਆਪਣੀ ਨੋਟਬੁੱਕ ਨਿਕਾਲੀ ਅਤੇ ਲਿਖਿਆ, ਮੈਂ ਕਿਹੜੇ ਪੈਟਰਨਸ ਦੀ ਲਹਿਰ ਨਾਲ ਬਾਰ-ਬਾਰ ਉਹੀ ਗਲਤੀਆਂ ਕਰਦਾ ਹਾਂ। ਫਿਰ ਉਸਨੇ ਸੋਚਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਜੋ ਪੈਟਰਨ ਸਾਹਮਣੇ ਆਇਆ ਉਹ ਸੀ ਓਵਰਥਿੰਕਿੰਗ। ਮੋਹਿਤ ਹਰ ਛੋਟੀ-ਛੋਟੀ ਗੱਲ ਨੂੰ ਲੈ ਕੇ ਇੰਨਾ ਸੋਚਦਾ ਸੀ ਕਿ ਕਈ ਵਾਰ ਐਕਸ਼ਨ ਹੀ ਨਹੀਂ ਲੈ ਪਾਉਂਦਾ ਸੀ। ਉਸ ਨੂੰ ਯਾਦ ਆਇਆ ਕਿ ਕਈ ਵਾਰ ਉਸਨੇ ਚੰਗੀਆਂ ਮੌਕਿਆਂ ਨੂੰ ਸਿਰਫ ਇਸ ਲਈ ਛੱਡ ਦਿੱਤਾ ਸੀ ਕਿਉਂਕਿ ਉਹ ਆਊਟਕਮ ਬਾਰੇ ਬਹੁਤ ਜ਼ਿਆਦਾ ਸੋਚ ਰਿਹਾ ਸੀ। ਦੂਜਾ ਪੈਟਰਨ ਸੀ ਸੈਲਫ ਡਾਊਟ। ਉਸ ਨੂੰ ਅਕਸਰ ਲੱਗਦਾ ਸੀ ਕਿ ਉਹ ਕਿਸੇ ਵੀ ਚੀਜ਼ ਲਈ ਕਾਫੀ ਚੰਗਾ ਨਹੀਂ ਹੈ। ਇਹ ਫੀਲਿੰਗ ਇੰਨੀ ਵਾਰੀ ਉਸ ਦੇ ਡਿਸੀਜਨ ਅਤੇ ਐਕਸ਼ਨਸ ਤੇ ਅਸਰ ਪਾ ਚੁੱਕੀ ਸੀ ਕਿ ਹੁਣ ਉਹ ਇਸ ਨੂੰ ਨਾਰਮਲ ਮੰਨਣ ਲੱਗਾ ਸੀ। ਤੀਸਰਾ ਪੈਟਰਨ ਸੀ ਪ੍ਰੋਕ੍ਰੈਸਟੀਨੇਸ਼ਨ। ਉਹ ਚੀਜ਼ਾਂ ਨੂੰ ਕੱਲ ਤੇ ਟਾਲਦਾ ਅਤੇ ਫਿਰ ਗਿਲਟ ਅਤੇ ਸਟ੍ਰੈਸ ਵਿੱਚ ਫਸ ਜਾਂਦਾ। ਮੋਹਿਤ ਨੇ ਨੋਟਬੁੱਕ ਵਿੱਚ ਲਿਖਿਆ, ਜੇ ਮੈਂ ਇਹ ਪੈਟਰਨਸ ਨਹੀਂ ਬਦਲਦਾ ਤਾਂ ਮੈਂ ਕਦੇ ਆਪਣੀ ਪੋਟੈਂਸ਼ੀਅਲ ਤੱਕ ਨਹੀਂ ਪਹੁੰਚ ਪਾਵਾਂਗਾ। ਅਗਲੇ ਦਿਨ ਉਸਨੇ ਸੰਵੇਦਨਸ਼ੀਲ ਤੌਰ ਤੇ ਆਪਣੇ ਸੋਚ ਅਤੇ ਵਿਵਹਾਰ ਤੇ ਧਿਆਨ ਦੇਣਾ ਸ਼ੁਰੂ ਕੀਤਾ। ਉਸਨੇ ਦੇਖਿਆ ਕਿ ਜਦੋਂ ਵੀ ਕੋਈ ਚੈਲੰਜਿੰਗ ਸਿਚੁਏਸ਼ਨ ਆਉਂਦੀ ਤਾਂ ਸਭ ਤੋਂ ਪਹਿਲਾਂ ਉਸ ਦਾ ਓਵਰਥਿੰਕਿੰਗ ਐਕਟੀਵੇਟ ਹੋ ਜਾਂਦਾ ਸੀ। ਉਸੇ ਸ਼ਾਮ ਨੂੰ ਉਸ ਦਾ ਦੋਸਤ ਵਿਸ਼ਾਲ ਉਸ ਨੂੰ ਕਾਲ ਕਰਦਾ ਹੈ ਅਤੇ ਉਸਨੇ ਮੋਹਿਤ ਨੂੰ ਵੀਕਐਂਡ ਤੇ ਹਾਈਕਿੰਗ ਲਈ ਸੱਦਾ ਦਿੱਤਾ। ਮੋਹਿਤ ਨੂੰ ਹਾਈਕਿੰਗ ਬਹੁਤ ਪਸੰਦ ਸੀ, ਪਰ ਉਸ ਦਾ ਦਿਮਾਗ ਤੁਰੰਤ ਐਕਸਕਿਊਜ਼ ਬਣਾਉਣ ਲੱਗਾ। ਜੇ ਮੈਂ ਥੱਕ ਗਿਆ ਤਾਂ ਕੀ ਹੋਵੇਗਾ? ਜੇ ਮੈਂ ਗਿਰ ਗਿਆ ਤਾਂ? ਜੇ ਇਹ ਅਨੁਭਵ ਮੇਰੇ ਸੋਚੇ ਹੋਏ ਤੋਂ ਘੱਟ ਮਜ਼ੇਦਾਰ ਰਿਹਾ। ਇਸ ਵਾਰੀ ਮੋਹਿਤ ਨੇ ਆਪਣੇ ਆਪ ਨੂੰ ਰੋਕਦਿਆਂ ਸੋਚਿਆ ਕਿ ਉਹ ਇਸ ਥਾਟ ਪੈਟਰਨ ਨੂੰ ਤੋੜਨ ਦੀ ਕੋਸ਼ਿਸ਼ ਕਰ ਸਕਦਾ ਹੈ। ਉਸਨੇ ਬਿਨਾਂ ਜ਼ਿਆਦਾ ਸੋਚੇ ਹਾਂ ਕਹਿ ਦਿੱਤਾ। ਜਦੋਂ ਉਹ ਵੀਕਐਂਡ ਤੇ ਹਾਈਕਿੰਗ ਤੇ ਗਿਆ ਤਾਂ ਉਸਨੇ ਮਹਿਸੂਸ ਕੀਤਾ ਕਿ ਇਹ ਅਨੁਭਵ ਉਸਦੇ ਲਈ ਬਹੁਤ ਰਿਫਰੈਸ਼ਿੰਗ ਅਤੇ ਐਨਰਜਾਈਜ਼ਿੰਗ ਸੀ। ਉਸਨੇ ਆਪਣੇ ਆਪ ਤੋਂ ਕਿਹਾ, ਦੇਖੋ, ਜੇ ਮੈਂ ਓਵਰਥਿੰਕਿੰਗ ਕਰਦਾ ਰਹਿੰਦਾ ਤਾਂ ਮੈਂ ਇਹ ਸਭ ਮਿਸ ਕਰ ਦਿੰਦਾ। ਇਸ ਦੇ ਬਾਅਦ ਉਸਨੇ ਸੈਲਫ ਡਾਊਟ ਤੇ ਕੰਮ ਕਰਨ ਦਾ ਫੈਸਲਾ ਕੀਤਾ। ਦਫ਼ਤਰ ਵਿੱਚ ਉਸ ਦੀ ਕਾਰਗੁਜ਼ਾਰੀ ਠੀਕ ਸੀ, ਪਰ ਉਸ ਨੂੰ ਹਮੇਸ਼ਾ ਲੱਗਦਾ ਸੀ ਕਿ ਉਹ ਦੂਜਿਆਂ ਵਾਂਗ ਸੱਚਮੁੱਚ ਚੰਗਾ ਨਹੀਂ ਹੈ। ਉਹ ਆਪਣੀਆਂ ਅਚੀਵਮੈਂਟਸ ਨੂੰ ਕਦੇ ਵੀ ਮੰਨਦਾ ਨਹੀਂ ਸੀ। ਇੱਕ ਦਿਨ ਉਸ ਦੀ ਟੀਮ ਨੇ ਇੱਕ ਪ੍ਰੋਜੈਕਟ ਨੂੰ ਸਫਲਤਾਪੂਰਕ ਮੁਕੰਮਲ ਕੀਤਾ ਅਤੇ ਬਾਸ ਨੇ ਉਸ ਨੂੰ ਖਾਸ ਤੌਰ ਤੇ ਸ਼ਾਬਾਸ਼ੀ ਦਿੰਦਿਆਂ ਕਿਹਾ, ਮੋਹਿਤ, ਤੇਰੇ ਆਈਡੀਆ ਨੇ ਇਸ ਪ੍ਰੋਜੈਕਟ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਪਹਿਲਾਂ ਮੋਹਿਤ ਇਸ ਨੂੰ ਹਲਕਾ ਲੈਂਦਾ ਸੀ, ਪਰ ਇਸ ਵਾਰੀ ਉਸਨੇ ਆਪਣੇ ਆਪ ਨੂੰ ਇਸ ਤਾਰੀਫ ਨੂੰ ਸਵੀਕਾਰ ਕਰਨ ਦਿੱਤਾ। ਉਸਨੇ ਮਨ ਵਿੱਚ ਕਿਹਾ, ਮੈਂ ਚੰਗਾ ਕੰਮ ਕੀਤਾ ਹੈ ਅਤੇ ਮੈਨੂੰ ਇਸ ਨੂੰ ਮੰਨਣਾ ਚਾਹੀਦਾ ਹੈ। ਘਰ ਜਾ ਕੇ ਉਸਨੇ ਨੋਟਬੁੱਕ ਵਿੱਚ ਲਿਖਿਆ, ਸੈਲਫ ਡਾਊਟ ਨੂੰ ਤੋੜਨ ਦਾ ਪਹਿਲਾ ਕਦਮ ਹੈ ਆਪਣੀਆਂ ਛੋਟੀਆਂ ਜਿੱਤਾਂ ਨੂੰ ਪਛਾਣਨਾ। ਹੁਣ ਗੱਲ ਸੀ ਪ੍ਰੋਕ੍ਰੈਸਟੀਨੇਸ਼ਨ ਦੀ। ਇਹ ਸ਼ਾਇਦ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ। ਉਹ ਹਰ ਕੰਮ ਨੂੰ ਆਖਰੀ ਮਿੰਟ ਤੱਕ ਟਾਲਦਾ ਅਤੇ ਫਿਰ ਪੈਨਿਕ ਮੋਡ ਵਿੱਚ ਉਹਨੂੰ ਪੂਰਾ ਕਰਦਾ। ਮੋਹਿਤ ਨੇ ਕਿਤਾਬ ਵਿੱਚ ਲਿਖਿਆ, ਇੱਕ ਤਰੀਕਾ ਅਜ਼ਮਾਉਣ ਦਾ ਸੋਚਿਆ, 5 ਮਿੰਟ ਦਾ ਨਿਯਮ। ਇਸ ਦਾ ਮਤਲਬ ਸੀ ਕੋਈ ਵੀ ਕੰਮ ਜਿਸ ਨੂੰ ਉਹ ਟਾਲਣਾ ਚਾਹੁੰਦਾ ਸੀ ਉਸ ਨੂੰ ਸਿਰਫ 5 ਮਿੰਟ ਲਈ ਸ਼ੁਰੂ ਕਰਨਾ ਸੀ। ਅਗਲੇ ਦਿਨ ਉਸਨੇ ਆਪਣੀਆਂ ਪੈਂਡਿੰਗ ਈਮੇਲਸ ਤੇ ਕੰਮ ਕਰਨ ਲਈ 5 ਮਿੰਟ ਦਾ ਟਾਈਮਰ ਲਗਾਇਆ। ਉਸ ਨੂੰ ਲੱਗਾ ਕਿ ਉਹ ਸਿਰਫ ਸ਼ੁਰੂਆਤ ਕਰੇਗਾ, ਪਰ ਜਦੋਂ ਉਸਨੇ ਕੰਮ ਸ਼ੁਰੂ ਕੀਤਾ ਤਾਂ ਉਹ ਈਮੇਲਸ ਨੂੰ ਪੂਰਾ ਕਰਕੇ ਹੀ ਰੁਕਿਆ। ਉਸਨੇ ਮਹਿਸੂਸ ਕੀਤਾ ਕਿ ਸ਼ੁਰੂਆਤ ਕਰਨਾ ਹੀ ਸਭ ਤੋਂ ਵੱਡਾ ਹਡਲ ਸੀ। ਮੋਹਿਤ ਨੇ ਹੁਣ ਆਪਣੇ ਨੈਗੇਟਿਵ ਪੈਟਰਨਸ ਨੂੰ ਐਕਟਿਵਲੀ ਡਿਸਰਪਟ ਕਰਨਾ ਸ਼ੁਰੂ ਕਰ ਦਿੱਤਾ ਸੀ। ਮੋਹਿਤ ਨੇ ਮਹਿਸੂਸ ਕੀਤਾ ਕਿ ਹਰ ਪੈਟਰਨ ਨੂੰ ਤੋੜਨ ਲਈ ਅਵੇਅਰਨੈਸ ਅਤੇ ਐਕਸ਼ਨ ਦੋਹਾਂ ਜ਼ਰੂਰੀ ਹਨ। ਇੱਕ ਹੋਰ ਵੱਡਾ ਮੋਮੈਂਟ ਉਸ ਸਮੇਂ ਆਇਆ ਜਦੋਂ ਉਸਨੇ ਆਪਣੇ ਥਾਟ ਪੈਟਰਨਸ ਦੇ ਬਾਰੇ ਅੰਸ਼ਿਕਾ ਨਾਲ ਗੱਲ ਕੀਤੀ। ਉਸਨੇ ਕਿਹਾ, ਯਾਰ, ਮੈਨੂੰ ਲੱਗਦਾ ਹੈ ਕਿ ਮੈਂ ਹਮੇਸ਼ਾ ਆਪਣੇ ਆਪ ਨੂੰ ਪਿੱਛੇ ਖਿੱਚਦਾ ਹਾਂ, ਜਿਵੇਂ ਮੇਰੇ ਦਿਮਾਗ ਵਿੱਚ ਨੈਗੇਟਿਵਿਟੀ ਆਟੋਮੈਟਿਕ ਆ ਜਾਂਦੀ ਹੈ। ਅੰਸ਼ਿਕਾ ਨੇ ਕਿਹਾ, ਮੈਂ ਵੀ ਇਹ ਨੋਟਿਸ ਕੀਤਾ ਹੈ, ਪਰ ਸ਼ਾਇਦ ਤੇਰੇ ਅੰਦਰ ਜੋ ਬਦਲਾਅ ਹੋ ਰਹੇ ਹਨ ਉਹ ਇਹਨਾਂ ਪੈਟਰਨਸ ਨੂੰ ਤੋੜਨ ਵਿੱਚ ਮਦਦ ਕਰਨਗੇ। ਤੂੰ ਆਪਣੇ ਆਪ ਨੂੰ ਜੱਜ ਕਰਨਾ ਛੱਡ ਦੇ, ਬਸ ਛੋਟੇ ਸਟੈਪ ਲੈਦਾ ਰਹੀ। ਮੋਹਿਤ ਨੇ ਉਸ ਦਿਨ ਇੱਕ ਹੋਰ ਰਿਅਲਾਈਜ਼ੇਸ਼ਨ ਕੀਤਾ ਕਿ ਨੈਗੇਟਿਵ ਪੈਟਰਨਸ ਨੂੰ ਤੋੜਨਾ ਦਾ ਮਤਲਬ ਇਹ ਨਹੀਂ ਸੀ ਕਿ ਉਹ ਪੂਰੀ ਤਰ੍ਹਾਂ ਪਰਫੈਕਟ ਬਣ ਜਾਵੇਗਾ। ਇਸ ਦਾ ਮਤਲਬ ਸੀ ਕਿ ਉਹ ਅਵੇਅਰ ਹੋ ਕੇ ਕਾਂਸ਼ੀਅਸਲੀ ਬਿਹਤਰ ਚੋਇਸ ਕਰੇਗਾ। ਹੁਣ ਉਸਨੇ ਆਪਣੀਆਂ ਦਿਨਚਰਿਆਵਾਂ ਨੂੰ ਇੰਟੈਂਸ਼ਨਲ ਤਰੀਕੇ ਨਾਲ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਐਸੀ ਹੈਬਿਟਸ ਡਿਵੈਲਪ ਕੀਤੀਆਂ ਜੋ ਉਸ ਦੇ ਪੁਰਾਣੇ ਪੈਟਰਨਸ ਨੂੰ ਰੀਪਲੇਸ ਕਰ ਸਕਣ। ਜਿਵੇਂ ਉਸਨੇ ਪ੍ਰੋਕ੍ਰੈਸਟੀਨੇਸ਼ਨ ਤੋਂ ਬਚਣ ਲਈ ਹਰ ਦਿਨ 3 ਮੋਸਟ ਇੰਪੋਰਟੈਂਟ ਟਾਸਕਸ ਦੀ ਲਿਸਟ ਬਣਾਉਣੀ ਸ਼ੁਰੂ ਕੀਤੀ। ਉਸਨੇ ਸੈਲਫ ਡਾਊਟ ਨਾਲ ਲੜਨ ਲਈ ਆਪਣੀਆਂ ਅਚੀਵਮੈਂਟਸ ਅਤੇ ਪ੍ਰੋਗਰੈਸ ਨੂੰ ਟਰੈਕ ਕਰਨਾ ਸ਼ੁਰੂ ਕੀਤਾ। ਥੋੜੀ ਮਿਹਨਤ ਨਾਲ ਮੋਹਿਤ ਨੇ ਮਹਿਸੂਸ ਕੀਤਾ ਕਿ ਉਸ ਦੇ ਪੁਰਾਣੇ ਪੈਟਰਨਸ ਕਮਜ਼ੋਰ ਹੋ ਰਹੇ ਹਨ। ਉਹ ਹਰ ਦਿਨ ਕੁਝ ਹੋਰ ਕੌਨਫੀਡੈਂਟ, ਕੁਝ ਹੋਰ ਫੋਕਸਡ ਅਤੇ ਕੁਝ ਹੋਰ ਫਰੀ ਮਹਿਸੂਸ ਕਰ ਰਿਹਾ ਸੀ। ਉਸਨੇ ਆਪਣੀ ਨੋਟਬੁੱਕ ਵਿੱਚ ਲਿਖਿਆ, ਨੈਗੇਟਿਵ ਪੈਟਰਨਸ ਨੂੰ ਤੋੜਨਾ ਦਾ ਮਤਲਬ ਹੈ ਆਪਣੀ ਜ਼ਿੰਦਗੀ ਨੂੰ ਕਾਂਸ਼ੀਅਸ ਡਿਜ਼ਾਈਨ ਕਰਨਾ।
ਇਹ ਇੱਕ ਵਾਰੀ ਵਿੱਚ ਨਹੀਂ ਹੋਵੇਗਾ, ਪਰ ਹਰ ਛੋਟਾ ਸਟੈਪ ਇੱਕ ਵੱਡਾ ਬਦਲਾਅ ਲਾ ਸਕਦਾ ਹੈ। ਹੁਣ ਉਹ ਕਿਤਾਬ ਦਾ ਅਗਲਾ ਚੈਪਟਰ ਖੋਲ੍ਹਣ ਲਈ ਤਿਆਰ ਸੀ ਅਤੇ ਉਸ ਨੂੰ ਲੱਗ ਰਿਹਾ ਸੀ ਕਿ ਹਰ ਲੈਸਨ ਉਸ ਨੂੰ ਆਪਣੀ ਆਥੈਂਟਿਕ ਸੈਲਫ ਦੇ ਨੇੜੇ ਲਾ ਰਿਹਾ ਹੈ। ਉਸਨੇ ਮਹਿਸੂਸ ਕੀਤਾ ਕਿ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲਣ ਲਈ ਸਿਰਫ ਅਵੇਅਰਨੈਸ ਅਤੇ ਕਰੇਜ ਦੀ ਲੋੜ ਹੈ। ਮੋਹਿਤ ਨੇ ਆਪਣੀ ਜ਼ਿੰਦਗੀ ਵਿੱਚ ਇਤਨੇ ਬਦਲਾਅ ਕੀਤੇ ਸਨ ਕਿ ਹੁਣ ਉਹ ਆਪਣੇ ਪੁਰਾਣੇ ਆਪ ਨਾਲ ਬਹੁਤ ਵੱਖਰਾ ਮਹਿਸੂਸ ਕਰ ਰਿਹਾ ਸੀ। ਉਸਨੇ ਆਪਣੀ ਨੋਟਬੁੱਕ ਵਿੱਚ ਲਿਖਿਆ, ਨੈਗੇਟਿਵ ਪੈਟਰਨ ਨੂੰ ਤੋੜਨ ਦਾ ਮਤਲਬ ਹੈ ਆਪਣੀ ਜ਼ਿੰਦਗੀ ਨੂੰ ਕਾਂਸ਼ੀਅਸ ਡਿਜ਼ਾਈਨ ਕਰਨਾ। ਇਹ ਇੱਕ ਵਾਰੀ ਵਿੱਚ ਨਹੀਂ ਹੋਵੇਗਾ, ਪਰ ਹਰ ਛੋਟਾ ਸਟੈਪ ਇੱਕ ਵੱਡਾ ਬਦਲਾਅ ਲਾ ਸਕਦਾ ਹੈ। ਹੁਣ ਉਹ ਕਿਤਾਬ ਦਾ ਅਗਲਾ ਚੈਪਟਰ ਖੋਲ੍ਹਣ ਲਈ ਤਿਆਰ ਸੀ। ਉਸ ਨੂੰ ਲੱਗ ਰਿਹਾ ਸੀ ਕਿ ਹਰ ਲੈਸਨ ਉਸ ਨੂੰ ਆਪਣੀ ਆਥੈਂਟਿਕ ਸੈਲਫ ਦੇ ਨੇੜੇ ਲਾ ਰਿਹਾ ਹੈ। ਉਸਨੇ ਮਹਿਸੂਸ ਕੀਤਾ ਕਿ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲਣ ਲਈ ਸਿਰਫ ਅਵੇਅਰਨੈਸ ਅਤੇ ਕਰੇਜ ਦੀ ਲੋੜ ਹੈ। ਮੋਹਿਤ ਨੇ ਆਪਣੀ ਜ਼ਿੰਦਗੀ ਵਿੱਚ ਇਤਨੇ ਬਦਲਾਅ ਕੀਤੇ ਸਨ ਕਿ ਹੁਣ ਉਹ ਆਪਣੇ ਪੁਰਾਣੇ ਆਪ ਨਾਲ ਬਹੁਤ ਵੱਖਰਾ ਮਹਿਸੂਸ ਕਰ ਰਿਹਾ ਸੀ। ਉਹ ਹੁਣ ਆਪਣੀਆਂ ਸੋਚਾਂ ਅਤੇ ਐਕਸ਼ਨਾਂ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਅਲਾਈਨ ਕਰਨ ਵਿੱਚ ਸਮਰੱਥ ਸੀ। ਨੈਗੇਟਿਵ ਪੈਟਰਨਸ ਨੂੰ ਪਛਾਣ ਕੇ ਉਹਨੂੰ ਤੋੜਨ ਦੀ ਜਰਨੀ ਨੇ ਉਸ ਨੂੰ ਹੋਰ ਮਜ਼ਬੂਤ ਬਣਾਇਆ ਸੀ। ਇੱਕ ਸ਼ਾਮ ਮੋਹਿਤ ਆਪਣੇ ਪਸੰਦੀਦਾ ਕੈਫੇ ਵਿੱਚ ਬੈਠਾ ਸੀ, ਆਪਣੀ ਫੇਵਰਿਟ ਬੁੱਕ ਪੜ੍ਹਦੇ ਹੋਏ। ਉਸਨੇ ਆਪਣੀ ਜ਼ਿੰਦਗੀ ਨੂੰ ਪਲਟ ਕੇ ਦੇਖਿਆ। ਉਹ ਪਹਿਲਾਂ ਵਾਲੀ ਉਲਝਣ ਅਤੇ ਚਿੰਤਾ ਤੋਂ ਬਾਹਰ ਨਿਕਲ ਚੁੱਕਾ ਸੀ। ਉਸ ਦਾ ਦਿਨ ਹੁਣ ਉਹਨਾਂ ਚੀਜ਼ਾਂ ਨਾਲ ਭਰਿਆ ਹੋਇਆ ਸੀ ਜੋ ਉਸਨੂੰ ਸੱਚ ਵਿੱਚ ਖੁਸ਼ੀ ਦਿੰਦੀ ਸਨ। ਉਸਨੇ ਆਪਣੀਆਂ ਇੱਛਾਵਾਂ ਦੇ ਅਨੁਸਾਰ ਜ਼ਿੰਦਗੀ ਜੀਣਾ ਸ਼ੁਰੂ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਉਸਨੇ ਆਪਣੇ ਦੋਸਤਾਂ ਨਾਲ ਮਿਲਣ ਦਾ ਫੈਸਲਾ ਕੀਤਾ ਸੀ, ਜਿੱਥੇ ਉਸਨੇ ਆਪਣੀ ਜਰਨੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਹਨਾਂ ਨੇ ਪੁੱਛਿਆ, ਮੋਹਿਤ, ਤੈਨੂੰ ਕੀ ਲੱਗਦਾ ਹੈ ਜੋ ਤੂੰ ਹੁਣ ਕਰ ਰਿਹਾ ਹੈ ਉਹ ਸੱਚਮੁੱਚ ਤੇਰੇ ਲਈ ਹੈ? ਮੋਹਿਤ ਹੱਸਿਆ ਅਤੇ ਕਿਹਾ, ਹਾਂ, ਅਤੇ ਮੈਨੂੰ ਲੱਗਦਾ ਹੈ ਕਿ ਮੈਂ ਆਖਿਰਕਾਰ ਉਹ ਰਸਤਾ ਚੁਣ ਲਿਆ ਹੈ ਜੋ ਹਮੇਸ਼ਾ ਮੇਰਾ ਸੀ। ਹੁਣ ਮੈਂ ਜਾਣਦਾ ਹਾਂ ਕਿ ਮੇਰੀ ਹੈਪੀਨੈਸ ਮੇਰੀ ਆਪਣੀ ਜ਼ਿੰਮੇਵਾਰੀ ਹੈ ਅਤੇ ਮੇਰੀ ਚੋਇਸਸ ਹੁਣ ਮੇਰੇ ਲਈ ਹਨ, ਨਾ ਕਿ ਦੂਜਿਆਂ ਲਈ। ਇਸ ਵਿੱਚ ਕੋਈ ਵੀ ਸ਼ੱਕ ਨਹੀਂ ਸੀ ਕਿ ਮੋਹਿਤ ਦੀ ਜਰਨੀ ਪੂਰੀ ਤਰ੍ਹਾਂ ਟਰਾਂਸਫੋਰਮੇਟਿਵ ਸੀ। ਉਸਨੇ ਆਪਣੇ ਅੰਦਰ ਦੇ ਨੈਗੇਟਿਵ ਥਾਟ ਪੈਟਰਨਸ ਨੂੰ ਪਛਾਣ ਕੇ ਉਹਨੂੰ ਤੋੜਿਆ ਅਤੇ ਹੁਣ ਉਹ ਆਪਣੇ ਆਥੈਂਟਿਕ ਸੈਲਫ ਦੇ ਨਾਲ ਜਿੰਦਾ ਸੀ। ਅੱਜ ਉਹ ਹੋਰ ਵੀ ਸਮਝਦਾਰ ਹੋ ਗਿਆ ਸੀ। ਮੋਹਿਤ ਨੂੰ ਇਹ ਅਹਿਸਾਸ ਸੀ ਕਿ ਸੈਲਫ ਗਰੋਥ ਅਤੇ ਸੈਲਫ ਲਵ ਕੋਈ ਡੈਸਟੀਨੇਸ਼ਨ ਨਹੀਂ ਹੈ, ਬਲਕਿ ਇਹ ਇੱਕ ਕੰਟੀਨਿਊਅਸ ਪ੍ਰੋਸੈਸ ਹੈ। ਉਸਨੇ ਸਿੱਖਿਆ ਸੀ ਕਿ ਜੋ ਬਦਲਾਅ ਉਸਨੇ ਕੀਤੇ ਸਨ ਉਹ ਸਿਰਫ ਜ਼ਿੰਦਗੀ ਨੂੰ ਬਿਹਤਰ ਨਹੀਂ ਬਣਾਉਂਦੇ, ਬਲਕਿ ਉਸਨੂੰ ਪੂਰੀ ਤਰ੍ਹਾਂ ਜੀਣ ਦਾ ਤਰੀਕਾ ਦਿੰਦੇ ਸਨ। ਹੁਣ ਉਹ ਜਾਣਦਾ ਸੀ ਕਿ ਉਹ ਜਿੱਥੇ ਵੀ ਜਾਵੇਗਾ ਆਪਣੀ ਸੱਚਾਈ ਦੇ ਨਾਲ ਅਤੇ ਆਪਣੇ ਡਿਜ਼ਾਇਰਸ ਦੇ ਆਧਾਰ ਤੇ ਕਦਮ ਰੱਖੇਗਾ। ਉਸ ਲਈ ਇਹ ਜਰਨੀ ਮੁਕੰਮਲ ਨਹੀਂ ਸੀ, ਇਹ ਤਾਂ ਬਸ ਇੱਕ ਨਵੀਂ ਸ਼ੁਰੂਆਤ ਸੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੋਰ ਪ੍ਰੇਰਨਾਦਾਇਕ ਸਮੱਗਰੀ ਲਈ ਸਾਡੇ ਨਾਲ ਜੁੜੇ ਰਹੋ।